ਸਤਿ ਸ਼੍ਰੀ ਅਕਾਲ ਜੀ। ਇੰਡੀਆ ਨਿਊਜ਼ ਪੰਜਾਬ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਅੱਜ ਡਿਬੇਟ ਦੇ ਸੈਗਮੈਂਟ ਦੇ ਵਿੱਚ ਪੰਜਾਬ ਤੇ ਹਰਿਆਣਾ ਦਾ ਇੱਕ ਅਹਿਮ ਮੁੱਦਾ ਲੈ ਕੇ ਤੁਹਾਡੇ ਸਾਹਮਣੇ ਪੇਸ਼ ਹੋ ਰਹੇ ਹਾਂ। ਹਰਿਆਣਾ ਬਨਾਮ ਪੰਜਾਬ ਤੇ ਪੰਜਾਬ ਬਨਾਮ ਹਰਿਆਣਾ ਵਿਧਾਨ ਸਭਾ ਦੀ ਜ਼ਮੀਨ ਨੂੰ ਲੈ ਕੇ ਇੱਕ ਲੰਬਾ ਜਿਹੜਾ ਵਿਵਾਦ ਪਿਛਲੇ ਲੰਬੇ ਸਮੇਂ ਤੋਂ ਛਿੜਦਾ ਆ ਰਿਹਾ ਸੀਗਾ, ਉਹ ਤੂਲ ਫੜਦਾ ਜਾ ਰਿਹਾ। ਪੰਜਾਬ ਦੇ ਵਿੱਚ ਰਾਜਨੀਤੀ ਗਰਮਾ ਚੁੱਕੀ ਹੈ ਕਿਉਂਕਿ ਬੀਤੇ ਕੱਲ ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿਜ ਨੇ ਇੱਕ ਬਿਆਨ ਦਿੱਤਾ ਹੈਗਾ। ਅਸਲ ਮਾਮਲਾ ਕੀ ਹੈਗਾ, ਉਸ ਮਾਮਲੇ ਤੇ ਅੱਜ ਚਰਚਾ ਕਰਾਂਗੇ ਅਸੀਂ। ਉਸ ਤੋਂ ਪਹਿਲਾਂ ਤੁਹਾਨੂੰ ਥੋੜੀ ਜਿਹੀ ਜਾਣਕਾਰੀ ਦੇ ਦਿੰਦੇ ਹਾਂ। ਹਰਿਆਣਾ ਨੇ ਇੱਕ ਮਤਾ ਪਾਸ ਕੀਤਾ, ਇੱਕ ਪ੍ਰਸਤਾਵ ਪਾਸ ਕੀਤਾ ਤਾਂ ਕਿ ਚੰਡੀਗੜ੍ਹ ਦੇ ਵਿੱਚ ਵੱਖਰੀ ਵਿਧਾਨ ਸਭਾ ਬਣਾਉਣ ਲਈ ਹਰਿਆਣਾ ਨੂੰ ਜ਼ਮੀਨ ਅਲਾਟ ਕੀਤੀ ਜਾਵੇ। ਪਰੰਤੂ ਪੰਜਾਬ ਦੇ ਵਿੱਚ ਸਿਆਸਤ ਇਸੇ ਕਰਕੇ ਗਰਮਾ ਰਹੀ ਹੈ ਕਿਉਂਕਿ ਪੰਜਾਬ ਕਹਿੰਦਾ ਕਿ ਸਾਰੀ ਜਿਹੜੀ ਚੰਡੀਗੜ੍ਹ ਦੀ ਜ਼ਮੀਨ ਹੈਗੀ ਆ ਉਹ ਪੰਜਾਬ ਦੇ ਪਿੰਡਾਂ ਨੂੰ ਉਜਾੜ ਕੇ ਬਣਾਈ ਹੋਈ ਹੈ। ਇਸੇ ਕਰਕੇ ਚੰਡੀਗੜ੍ਹ ਤੇ ਪੂਰਨ ਤੌਰ ਤੇ ਪੰਜਾਬ ਦਾ ਹੱਕ ਹੈਗਾ। ਇਹਦੇ ਮਾਇਨੇ ਕਿੰਨੇ ਕੁ ਸੱਚੇ ਹੈਗੇ ਨੇ, ਕਿੰਨੇ ਕੁ ਝੂਠੇ ਹੈਗੇ ਨੇ, ਉਸ ਵਿਸ਼ੇ ਤੇ ਅੱਜ ਚਰਚਾ ਕਰਾਂਗੇ। ਸਭ ਤੋਂ ਪਹਿਲਾਂ ਸੁਣ ਲੈਂਦੇ ਆ ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿਜ ਕੀ ਕੁਝ ਕਹਿ ਰਹੇ ਨੇ। चंडीगढ़ पर हमारा पूरा हक है। जब तक SYL का पानी नहीं मिल जाता, हिंदी भाषी क्षेत्र नहीं मिल जाते, तब तक हम चंडीगढ़ में डटे हुए हैं और हमने अंगद का पैर जमा रखा है। किसी की चिट्ठियां लिखने से ये पैर हिलने वाला नहीं है। विंडो जल्दी बनाओ, कितनी देर करूँगा। ਤਾਂ ਦੇਖਿਆ ਤੁਸੀਂ ਹਰਿਆਣਾ ਦੇ ਗ੍ਰਹਿ ਮੰਤਰੀ ਨੇ ਕੀ ਕੁਝ ਕਿਹਾ ਹੈਗਾ ਕਿਉਂਕਿ ਹੱਕ ਸਮਝਦੇ ਨੇ ਚੰਡੀਗੜ੍ਹ ਤੇ, ਕਿਉਂਕਿ ਚੰਡੀਗੜ੍ਹ ਦੇ ਵਿੱਚ ਪੰਜਾਬ ਯੂਨੀਵਰਸਿਟੀ ਹੈਗੀ ਆ, ਉਹ ਵੀ ਪੰਜਾਬ ਦੇ ਨਾਂ ਤੇ ਉਹਦਾ ਨਾਮ ਰੱਖਿਆ ਗਿਆ ਸੀਗਾ, ਜਿਸ ਦੇ ਵਿੱਚ ਹਿਮਾਚਲ ਦੇ ਵੀ ਸਟੂਡੈਂਟ ਪੜ੍ਹਦੇ ਨੇ ਤੇ ਹਰਿਆਣੇ ਦੇ ਵੀ ਸਟੂਡੈਂਟ ਦੀ ਬਹੁਤਾਤ ਹੈਗੀ ਆ। ਹੁਣ ਇਹ ਮੁੱਦਾ ਕਿਉਂ ਗਰਮਾਉਂਦਾ ਜਾ ਰਿਹਾ ਕਿਉਂਕਿ ਪੰਜਾਬ ਦੇ ਵਿੱਚ ਜਦੋਂ ਵੀ ਵਿਧਾਨ ਸਭਾ ਇਜਲਾਸ ਹੁੰਦਾ, ਭਾਸ਼ਾ ਦਾ ਮੁੱਦਾ ਉੱਠਦਾ ਕਿ ਚੰਡੀਗੜ੍ਹ ਦੇ ਵਿੱਚ ਪੂਰਨ ਤੌਰ ਤੇ ਪੰਜਾਬੀ ਭਾਸ਼ਾ ਲਾਗੂ ਹੋਣੀ ਚਾਹੀਦੀ ਹੈ, ਤਾਂ ਵੀ ਇਹ ਮਾਮਲਾ ਲਗਾਤਾਰ ਜਿਹੜਾ ਚਰਚਾ ਦਾ ਵਿਸ਼ਾ ਬਣਦਾ ਹੈਗਾ। ਤੇ ਹੁਣ ਰਾਜਨੀਤੀ ਕਿਸ ਤਰੀਕੇ ਨਾਲ ਗਰਮਾ ਰਹੀ ਹੈ। ਸਾਡੇ ਨਾਲ ਵਿਸ਼ੇਸ਼ ਮਹਿਮਾਨ ਜਿਹੜੇ ਅੱਜ ਦੇ ਇਸ ਡਿਟੇਲ ਪੈਨਲ ਦੇ ਵਿੱਚ ਜੁੜੇ ਨੇ, ਉਹਨਾਂ ਦੇ ਨਾਲ ਚਰਚਾ ਕਰਾਂਗੇ ਅੱਜ ਇਸ ਮੁੱਦੇ ਉੱਤੇ। ਸਭ ਤੋਂ ਪਹਿਲਾਂ ਸਵਾਗਤ ਕਰਦੇ ਹਾਂ ਸਾਡੇ ਨਾਲ ਜਿਹੜੇ ਪੋਲੀਟੀਕਲ ਐਕਸਪਰਟ, ਜਿਹੜੇ ਰਾਜਨੀਤਿਕ ਮਾਹਰ ਸਰਬਜੀਤ ਸਿੰਘ ਮੱਖਣ ਜੁੜੇ ਹੋਏ ਨੇ ਵਿਸ਼ੇਸ਼ ਤੌਰ ਤੇ। ਦੂਜੇ ਨੰਬਰ ਤੇ ਜੇ ਗੱਲ ਕਰੀਏ ਤਾਂ ਆਮ ਆਦਮੀ ਪਾਰਟੀ ਤੋਂ ਜਿਹੜੇ ਬੁਲਾਰੇ ਹੋਣਗੇ ਅੱਜ ਇੰਦਰਜੀਤ ਸਿੰਘ ਸੰਧੂ, ਉਹਨਾਂ ਦਾ ਵੀ ਸਵਾਗਤ ਕਰਦੇ ਹਾਂ ਇਸ ਡਿਟੇਲ ਪੈਨਲ ਤੇ। ਤੀਜੇ ਨੰਬਰ ਤੇ ਜੇ ਭਾਰਤੀ ਜਨਤਾ ਪਾਰਟੀ ਦੀ ਗੱਲ ਕਰੀਏ ਕਿਉਂਕਿ ਭਾਰਤੀ ਜਨਤਾ ਪਾਰਟੀ ਦਾ ਕਾਫੀ ਅਹਿਮ ਰੋਲ ਹੈਗਾ। ਹਰਿਆਣਾ ਦੇ ਵਿੱਚ ਸਰਕਾਰ ਹੈ ਜਿਹੜੀ ਉਹ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਹੈ, ਤਾਂ ਸਤਿਆਵਰਤ ਸ਼ਾਸਤਰੀ ਜੀ ਜਿਹੜੀ ਬੀਜੇਪੀ ਵੱਲੋਂ ਜਿਹੜਾ ਪ੍ਰੈਜ਼ੈਂਟ ਕਰਨਗੇ, ਆਪਣਾ ਪੱਖ ਰੱਖਣਗੇ। ਤੇ ਚੌਥੇ ਨੰਬਰ ਦੀ ਜੇ ਗੱਲ ਕਰੀਏ ਤਾਂ ਟੀਨਾ ਚੌਧਰੀ ਜਿਹੜੇ ਕਾਂਗਰਸ ਪਾਰਟੀ ਦੇ ਸੀਨੀਅਰ ਬੁਲਾਰੇ ਹੈਗੇ ਨੇ। ਟੀਨਾ ਜੀ, ਸਵਾਗਤ ਕਰਦੇ ਹਾਂ ਤੁਹਾਡਾ ਵੀ ਇਸ ਮੰਚ ਤੇ। ਤਾਂ ਸਭ ਤੋਂ ਪਹਿਲਾ ਸਵਾਲ ਮੇਰਾ ਇੰਦਰਜੀਤ ਸੰਧੂ ਜਿਹੜੇ ਆਮ ਆਦਮੀ ਪਾਰਟੀ ਦੇ ਬੁਲਾਰੇ ਹੈਗੇ ਨੇ। ਸੰਧੂ ਸਾਹਿਬ, ਕੀ ਕਹੋਗੇ ਤੁਸੀਂ, ਜਿਹੜਾ ਇਹ ਮੁੱਦਾ ਭਖਦਾ ਜਾ ਰਿਹਾ ਪੰਜਾਬ ਦੇ ਵਿੱਚ, ਸਿਆਸਤ ਲਗਾਤਾਰ ਗਰਮਾਉਂਦੀ ਜਾ ਰਹੀ ਹੈ, ਚੰਡੀਗੜ੍ਹ ਦੇ ਵਿੱਚ ਵੱਖਰੇ ਤੌਰ ਤੇ ਜ਼ਮੀਨ ਜਿਹੜਾ ਹਰਿਆਣਾ ਮੰਗ ਰਿਹਾ, ਲਗਾਤਾਰ ਇਹ ਮੰਗ ਉੱਠ ਰਹੀ ਹੈ ਤੇ ਦੂਜੇ ਪਾਸੇ ਇਹ ਮੁੱਦਾ ਜਿਹੜਾ ਹੈਗਾ ਪ੍ਰਾਈਮ ਮਿਨਿਸਟਰ ਦੇ ਵਿਹੜੇ ਤੱਕ ਪਹੁੰਚ ਚੁੱਕਿਆ, ਕੀ ਕਹੋਗੇ? जी मेरे को आवाज़ नहीं पहुंच पा रही ਤੁਹਾਡੀ। ਸੰਧੂ ਜੀ, ਤੁਹਾਡੀ ਆਵਾਜ਼ ਨਹੀਂ ਆ ਰਹੀ ਮੇਰੇ ਕੋਲ। ਸੰਧੂ ਜੀ ਨੂੰ ਕਹੋ ਨਾ ਪਹਿਲਾਂ। आई थिंक डिबेट ਦੇ ਵਿੱਚ ਇਹ ਸਭ ਖਾਣਾ ਸਹੀ ਨਹੀਂ ਹੈ। ਸੰਧੂ ਜੀ, ਮੇਰੇ ਕੋਲ ਆਵਾਜ਼ ਨਹੀਂ ਆ ਰਹੀ ਤੁਹਾਡੀ। ਨਹੀਂ ਲੱਗਦਾ ਹੈਗਾ ਜੀ, ਚੰਗਾ ਨਹੀਂ ਲੱਗਦਾ ਹੈਗਾ ਜੀ ਜੀ। ਤੁਸੀਂ ਅੱਗੇ ਚਲੋ ਜੀ। जी संधू जी, मेरा सवाल सुनिया तुसी मेरा सवाल या दोबारा रिपीट करा? संधू जी आम आदमी पार्टी तो इंद्रजीत संधू जी, मेरा सवाल पहुंचा तुहाडे तक? ਲਓ ਜੀ। ਪਕੌੜੇ ਖਾਣ ਚ ਬਿਜ਼ੀ ਨੇ। ਹਾਂ, ਇਹ ਤਾਂ ਟਿਫਨ ਪੈਕ ਕਰਕੇ ਤੋਰਿਆ ਲੱਗਦਾ ਮੈਨੂੰ ਆਮ ਆਦਮੀ ਪਾਰਟੀ ਵਾਲਿਆਂ ਨੇ ਵਾਸਤੇ। ਗੁਜਰਾਤ ਚ
ਗੁਜਰਾਤ ਦੇ ਵਿੱਚੋਂ ਚੱਲ ਰਿਹਾ ਮੈਨੂੰ ਲੱਗਦੀ ਆ। ਚਲੋ ਅੱਗੇ ਚਲੋ ਅਜੂਜਾ ਜੀ। ਤਾਂ ਲਗਾਤਾਰ ਅਸੀਂ ਜੁੜੇ ਹੋਏ ਹਾਂ ਇਸੇ ਮੁੱਦੇ ਤੇ ਪੰਜਾਬ ਬਨਾਮ ਜੀ ਬਿਲਕੁਲ ਇੰਦਰਜੀਤ ਸੰਧੂ ਜੀ ਤੁਹਾਡੇ ਤੱਕ ਮੇਰੀ ਆਵਾਜ਼ ਪਹੁੰਚ ਪਾ ਰਹੀ ਹੈ? ਆਵਾਜ਼ ਡਿਸਟਰਬ ਕਰ ਰਹੀ ਹੈ ਜੀ, ਆਵਾਜ਼ ਤੁਹਾਡੀ ਡਿਸਟਰਬ ਕਰ ਰਹੀ ਹੈ ਜੀ। ਸੰਧੂ ਜੀ ਦੀ ਆਵਾਜ਼ ਹਜੇ ਨਹੀਂ ਪਹੁੰਚ ਰਹੀ, ਕੋਈ ਟੈਕਨੀਕਲ ਇਸ਼ੂ ਲੱਗਦਾ ਤਾਂ ਦੂਜੇ ਨੰਬਰ ਤੇ ਜੇ ਅਸੀਂ ਗੱਲ ਕਰੀਏ ਕਿਸੇ ਹੋਰ ਬੁਲਾਰੇ ਨਾਲ ਗੱਲਬਾਤ ਕਰਾਂਗੇ। ਜਦ ਤੱਕ ਇਹ ਟੈਕਨੀਕਲ ਜਿਹੜੀ ਇਸ਼ੂ ਹੈਗਾ ਜੇ ਜਦ ਤੱਕ ਸੌਟ ਆਊਟ ਹੋ ਜਾਂਦਾ ਉਦ ਤੱਕ ਟੀਨਾ ਚੌਧਰੀ ਜਿਹੜੇ ਕਾਂਗਰਸ ਪਾਰਟੀ ਦੇ ਸੀਨੀਅਰ ਬੁਲਾਰੇ ਨੇ, ਤੁਹਾਡੇ ਕੋਲ ਮੇਰਾ ਇਹੀ ਸੇਮ ਸਵਾਲ ਹੈਗਾ। ਪੰਜਾਬ ਬਨਾਮ ਹਰਿਆਣਾ ਜਿਹੜਾ ਲਗਾਤਾਰ ਇਹ ਵਾਰ ਛੱਡਦੀ ਜਾ ਰਹੀ ਹੈ, ਲਗਾਤਾਰ ਸਿਆਸਤ ਪੰਜਾਬ ਦੀ ਗਰਮਾਉਂਦੀ ਜਾ ਰਹੀ ਹੈ, ਤੁਸੀਂ ਕੀ ਸਮਝਦੇ ਹੋ ਕਿਹਦਾ ਹੱਕ ਹੈਗਾ? ਕੀ ਹਰਿਆਣੇ ਨੂੰ ਜ਼ਮੀਨ ਅਲਾਟ ਕਰਨੀ ਚਾਹੀਦੀ ਹੈ ਵੱਖਰੇ ਤੌਰ ਤੇ ਵਿਧਾਨ ਸਭਾ ਬਣਾਉਣ ਲਈ? ਟੀਨਾ ਜੀ ਦੇਖੋ, ਆਮ ਆਦਮੀ ਪਾਰਟੀ ਦੀ ਸਰਕਾਰ ਜਦੋਂ ਦੀ ਪੰਜਾਬ ਦੇ ਵਿੱਚ ਆਈ ਹੋਈ ਹੈ, ਸਾਰੇ ਹੀ ਜਾਣਦੇ ਨੇ ਔਰ ਬਾਕੀ ਸੂਬੇ ਵੀ ਜਾਣਨਾ ਸ਼ੁਰੂ ਹੋ ਗਏ ਨੇ ਕਿ ਇਹ ਕਿੰਨੇ ਕਾਬਿਲ ਨੇ ਪੰਜਾਬ ਦੇ ਵਿੱਚ ਕੰਮ ਕਰਨ ਵਾਸਤੇ। ਕਿਉਂਕਿ ਜਦੋਂ ਦੇ ਆਏ ਨੇ ਕਿ ਇਸ ਤਰ੍ਹਾਂ ਦੇ ਸਵਾਲ ਉੱਠਣੇ ਸ਼ੁਰੂ ਹੋ ਗਏ ਕਿ ਪੰਜਾਬ ਦੀ ਜਿਹੜੀ ਰਾਜਧਾਨੀ ਜਿਹੜੀ ਚੰਡੀਗੜ੍ਹ ਮੰਨੀ ਜਾਂਦੀ ਹੈ ਉਹਦੇ ਤੇ ਵੀ ਹੁਣ ਲੋਕਾਂ ਨੇ ਹੱਕ ਜਮਾਣੇ ਸ਼ੁਰੂ ਕਰ ਦਿੱਤੇ। ਹਜੇ ਪਿਛਲੇ 70-75 ਸਾਲਾਂ 'ਚ ਕਦੀ ਵੀ ਇਦਾਂ ਨਹੀਂ ਹੋਇਆ ਹੈਗਾ ਜਾਂ ਕਿਸੇ ਦੇ ਕੈਪੀਟਲ ਦੇ ਉੱਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਜਾਏ। ਦੇਖਿਆ ਜਾਏ ਨੋ ਡਾਊਟ ਹਰਿਆਣਾ ਦਾ ਵੀ ਉਹਨਾਂ ਹੱਕ ਹੈਗਾ, ਬਟ ਇੰਨਾ ਹੱਕ ਨਹੀਂ ਹੈਗਾ ਜਿੰਨਾ ਪੰਜਾਬ ਨੇ ਚੰਡੀਗੜ੍ਹ ਦੇ ਪਿੱਛੇ ਕੁਰਬਾਨੀਆਂ ਦਿੱਤੀਆਂ। 28 ਤੋਂ ਜ਼ਿਆਦਾ ਪਿੰਡ ਜਿਹੜੇ ਢਾਏ ਗਏ ਸੀ ਇਸ ਚੰਡੀਗੜ੍ਹ ਨੂੰ ਬਣਾਉਣ ਵਾਸਤੇ। ਔਰ ਮੈਨੂੰ ਲੱਗਦਾ ਹੈਗਾ ਕਿ ਇਸ ਤਰ੍ਹਾਂ ਦੇ ਕੁਐਸਚਨ ਅਰਾਈਜ਼ ਹੋ ਕਿਉਂ ਰਹੇ ਨੇ ਪਾਰਲੀਮੈਂਟ ਦੇ ਵਿੱਚ। ਜਦੋਂ ਐਦਾਂ ਦੇ ਸਵਾਲ ਉੱਠਦੇ ਨੇ ਤਾਂ ਸਭ ਤੋਂ ਪਹਿਲੇ ਉਸ ਸੂਬੇ ਦੇ ਵਿਧਾਨ ਸਭਾ ਦੇ ਵਿੱਚ ਅੱਜ ਤੱਕ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਕੋਈ ਕੁਐਸਚਨ ਕਿਉਂ ਨਹੀਂ ਰਾਈਜ਼ ਕੀਤਾ? ਕਿਉਂ ਨਹੀਂ ਮੀਟਿੰਗ ਬੁਲਾਈ? ਕਿਉਂ ਨਹੀਂ ਵਿਧਾਨ ਸਭਾ ਦੇ ਵਿੱਚ ਸਾਰਿਆਂ ਨੂੰ ਮੈਂਬਰਸ ਨੂੰ ਬੁਲਾ ਕੇ ਇਹਦੇ ਤੇ ਡਿਸਕਸ਼ਨ ਕੀਤੀ ਗਈ ਜਾਂ ਮਤਾ ਪਾਸ ਕਰਵਾਇਆ ਗਿਆ ਹੋਏ ਕਿ ਇਹ ਕਰਨਾ ਚਾਹੀਦਾ ਜਾਂ ਨਹੀਂ ਕਰਨਾ ਚਾਹੀਦਾ? ਇਨਫੈਕਟ ਇਹਦੇ ਬਦਲੇ ਆਮ ਆਦਮੀ ਪਾਰਟੀ ਨੇ ਇਨਫੈਕਟ ਇਹਨਾਂ ਦੇ ਜਿਹੜੇ ਭਗਵੰਤ ਮਾਨ ਜੀ ਨੇ ਸਾਡੇ ਪੰਜਾਬ ਦੇ ਮੁੱਖ ਮੰਤਰੀ, ਇਹਨਾਂ ਨੇ ਟਵੀਟ ਵੀ ਹਜੇ ਤੱਕ ਵੀ ਉਹ ਟਵੀਟ ਅਵੇਲੇਬਲ ਹੈਗਾ ਇਹਨਾਂ ਦਾ ਕਿ ਇਹਨਾਂ ਨੇ ਕਿਹਾ ਕਿ ਸਾਨੂੰ ਚੰਡੀਗੜ੍ਹ ਦੇ ਵਿੱਚ ਵੱਖਰੀ ਵਿਧਾਨ ਸਭਾ ਤੇ ਵੱਖਰਾ ਜਿਹੜਾ ਹੈਗਾ ਹਾਈ ਕੋਰਟ ਦੀ ਜਗ੍ਹਾ ਚਾਹੀਦੀ। ਕਿਉਂ? ਜਦ ਕਿ ਆਲਰੇਡੀ ਉਹ ਜਿਹੜਾ ਪੰਜਾਬ ਦਾ ਜਿਹੜਾ ਵਿਧਾਨ ਸਭਾ ਤੇ ਪੰਜਾਬ ਦਾ ਜਿਹੜਾ ਹਾਈ ਕੋਰਟ ਚੰਡੀਗੜ੍ਹ ਦੇ ਵਿੱਚ ਅਵੇਲੇਬਲ ਹੈਗੀ ਹੈ ਤੇ ਇਹਦੇ ਵਿੱਚ ਸਾਨੂੰ ਵੱਖਰੀ ਜਗ੍ਹਾ ਲੈਣ ਦੀ ਲੋੜ ਕੀ ਹੈ? ਔਰ ਯੂਨੀਵਰਸਿਟੀਆਂ ਦੇ ਵੀ ਕਬਜ਼ੇ ਕਰਨ ਦੀ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ, ਜਿਹਦੇ ਵਿੱਚ ਪੰਜਾਬ ਯੂਨੀਵਰਸਿਟੀ ਦੇ ਸਟੂਡੈਂਟਸ ਨੇ ਵੀ ਕਾਫੀ ਜ਼ਿਆਦਾ ਇਹਦੇ ਤੇ ਪ੍ਰੋਟੈਸਟ ਕੀਤਾ ਸੀਗਾ। ਪੰਜਾਬ ਦਾ ਚੰਡੀਗੜ੍ਹ ਦਾ ਅੱਛਾ ਟੀਨਾ ਜੀ ਮੇਰਾ ਇੱਕ ਸਵਾਲ ਹੈਗਾ ਹੈ, ਟੀਨਾ ਜੀ ਮੇਰਾ ਇੱਕ ਸਵਾਲ ਹੈਗਾ, ਵਿੱਚ ਰੋਕਣਾ ਚਾਹਾਂਗਾ। ਮੇਰਾ ਇੱਕ ਸਵਾਲ ਹੈਗਾ, ਪੰਜਾਬ ਦੇ ਵਿੱਚ ਵਿਰੋਧੀ ਧਿਰ ਹੈਗੀ ਆ ਕਾਂਗਰਸ ਪਾਰਟੀ, ਤਾਂ ਵਿਰੋਧੀ ਧਿਰ ਦੇ ਜਿਹੜੇ ਨੇਤਾ ਨੇ ਪ੍ਰਤਾਪ ਸਿੰਘ ਬਾਜਵਾ, ਉਹਨਾਂ ਨੇ ਇੱਕ ਚਿੱਠੀ ਲਿਖੀ ਹੈ ਪ੍ਰਾਈਮ ਮਿਨਿਸਟਰ ਨੂੰ। ਥੋੜਾ ਜਿਹਾ ਖੁੱਲ ਕੇ ਉਹਦੀ ਡਿਟੇਲ ਦੇ ਵਿੱਚ ਦੱਸੋਗੇ ਕਿ ਪ੍ਰਾਈਮ ਮਿਨਿਸਟਰ ਤੱਕ ਕੀ ਮੰਗ ਪਹੁੰਚਾਈ ਗਈ ਹੈ ਤੇ ਕੀ ਕੁਝ ਅੰਕੜੇ ਦਿੱਤੇ ਗਏ ਨੇ? ਦੇਖੋ, ਉਹਦੇ ਵਿੱਚ ਖਾਸ ਤੌਰ ਤੇ ਲਿਖਿਆ ਕਿ ਆਰਟੀਕਲ ਨੰਬਰ 3 ਦੇ ਵਿੱਚ ਉਹਨਾਂ ਨੇ ਮੈਂਸ਼ਨ ਕੀਤਾ ਹੈਗਾ ਕਿ ਜਿਹੜਾ ਪੰਜਾਬ ਦੀ ਜਿਹੜੀ ਰਾਜਧਾਨੀ ਹੈ ਉਹ ਸਿਰਫ ਔਰ ਸਿਰਫ ਜਿਹੜੀ ਚੰਡੀਗੜ੍ਹ ਉਹ ਸਿਰਫ ਪੰਜਾਬ ਦੀ ਹੈ, ਉਹਦੇ ਤੇ ਹੋਰ ਕਿਸੇ ਦਾ ਹੱਕ ਨਹੀਂ ਹੈਗਾ। ਇਹਦੇ ਵਿੱਚ ਖਾਸ ਤੌਰ ਤੇ ਇਹ ਲਿਖਿਆ ਗਿਆ ਸੀਗਾ। ਔਰ ਜਦੋਂ ਇਹਦੇ ਉੱਤੇ ਮੀਟਿੰਗ ਦੀ ਗੱਲ ਕੀਤੀ ਗਈ ਸੀਗੀ ਤੇ ਉਦੋਂ ਇਹ ਬਿੱਲ ਵੀ ਪਾਸ ਹੋ ਕੇ ਆਇਆ ਸੀਗਾ ਕਿ ਸਿਰਫ ਔਰ ਸਿਰਫ ਚੰਡੀਗੜ੍ਹ ਦੇ ਉੱਪਰ ਹੱਕ ਜਿਹੜਾ ਉਹ ਪੰਜਾਬ ਦਾ ਹੈਗਾ। ਹੁਣ ਉਹਦੇ ਜਿਹੜਾ ਸੈਂਟਰ ਦੇ ਵੱਲੋਂ ਜਦੋਂ ਇਹ ਚਿੱਠੀ ਲਿਖੀ ਗਈ ਸੀਗੀ ਉਹਦੇ ਵਿੱਚ ਉਹ ਕਿਉਂ ਨਹੀਂ, ਹੁਣ ਕਿਉਂ ਇਹਦੇ ਤੇ ਨਵੀਆਂ ਇੱਥੇ ਨੀਤੀਆਂ ਅਪਣਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ, ਜਿਹੜਾ ਕਿ ਦੁਬਾਰਾ ਨਰਿੰਦਰ ਮੋਦੀ ਜੀ ਨੂੰ ਇਹ ਯਾਦ ਕਰਵਾਇਆ ਗਿਆ ਕਿ ਉਸ ਟਾਈਮ ਤੇ ਕੀ ਗੱਲ ਅਸੀਂ ਕਹੀ ਸੀ ਔਰ ਕੀ ਗੱਲ ਹੁਣ ਦੁਬਾਰਾ ਤੋਂ ਅਸੀਂ ਪਲਟਵਾਰ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਠੀਕ ਹੈ ਜੀ। SYL ਦੇ ਮੁੱਦੇ ਤੇ ਗੱਲ ਕੀਤੀ ਗਈ ਸੀਗੀ ਕਿ ਪੰਜਾਬ ਦਾ ਪਾਣੀ ਜਿਹੜਾ ਸਿਰਫ ਔਰ ਸਿਰਫ SYL ਦਾ ਪਾਣੀ ਪੰਜਾਬ ਕੋਲ ਰਹੇਗਾ। ਇਹਦੇ ਚ ਵੀ ਕੋਈ ਦੋ ਰਾਏ ਨਹੀਂ ਹੈਗੀ, ਕਿਉਂਕਿ ਪਹਿਲੇ ਹੀ ਅਸੀਂ ਦੱਸ ਚੁੱਕੇ ਕਿ ਪੰਜਾਬ 'ਚ ਪਾਣੀ ਨਹੀਂ ਬਿਲਕੁਲ ਰਿਹਾ ਤੇ ਹੋਰ ਕਿੱਥੇ ਅਸੀਂ ਬਾਕੀ ਸੂਬਿਆਂ ਦੇ ਵਿੱਚ ਪਾਣੀ ਕਿਸ ਤਰੀਕੇ ਦੇ ਨਾਲ ਪਹੁੰਚਾਵਾਂਗੇ। ਇਹਦੇ ਵਿੱਚ ਇਹ ਵੀ ਗੱਲ ਕੀਤੀ ਗਈ ਹੈ। ਔਰ ਰਹੀ ਗੱਲ ਸਟੇਕ ਦੀ ਅਗਰ ਸਟੇਕ ਦੀ ਗੱਲ ਕੀਤੀ ਜਾਵੇ ਤੇ ਪੰਜਾਬ ਦਾ ਸਟੇਕ ਹਰਿਆਣਾ ਨਾਲੋਂ more than 70% ਹੈਗਾ, more than 70%। ਸੋ ਇਹਦੇ ਵਿੱਚ ਤੇ ਰਾਏ ਨਹੀਂ ਨਾ ਉੱਠਦੀ ਕਿ ਕੋਈ ਦੂਸਰਾ ਆ ਕੇ ਤੇ ਇੱਥੇ ਹੱਕ ਜਮਾਉਣ ਦੀ ਕੋਸ਼ਿਸ਼ ਕਰੇਗਾ। ਸੋ ਇਹ ਸਾਰੇ ਪੁਆਇੰਟ ਸੀਗੇ ਜਿਹੜੇ ਕਿ ਨਰਿੰਦਰ ਮੋਦੀ ਜੀ ਦੇ ਅੱਗੇ ਚਿੱਠੀ ਦੇ ਵਿੱਚ ਰੱਖੇ ਗਏ ਸੀਗੇ, ਜਿਹਦੇ ਵਿੱਚ ਖਾਸ ਤੌਰ ਤੇ ਅਸੀਂ ਸਾਫ਼ ਜ਼ਾਹਿਰ ਹੁੰਦਾ ਹੈਗਾ ਕਿ ਆਲਰੇਡੀ ਜਿਹੜੀ ਚੀਜ਼ ਸਾਬਿਤ ਹੋ ਚੁੱਕੀ ਹੈ ਉਹਦੇ ਵਿੱਚ ਅਸੀਂ ਦੁਬਾਰਾ ਤੋਂ ਗੱਲ ਛੇੜ ਕੇ ਸਾਨੂੰ ਮਿਲੇਗਾ ਕੀ, ਲੱਭੇਗਾ ਕੀ ਇਸ ਚੀਜ਼ ਦੇ ਵਿੱਚੋਂ। ਸੋ ਪੰਜਾਬ ਦੇ ਜਿਹੜੇ ਕਹਿ ਲੋ ਕਿ ਇਹ ਰਖਵਾਲੀ। ਠੀਕ ਹੈ ਟੀਨਾ ਜੀ ਤੁਹਾਡੇ ਕੋਲ ਵਾਪਸ ਆਵਾਂਗੇ। ਭਾਰਤੀ ਜਨਤਾ ਪਾਰਟੀ ਦੇ ਸ਼ਾਸਤਰੀ ਜੀ ਜੁੜੇ ਹੋਏ ਨੇ, ਉਹਨਾਂ ਤੋਂ ਜਵਾਬ ਲੈ ਲੈਂਦੇ ਆ, ਉਹਨਾਂ ਤੋਂ ਰਿਐਕਸ਼ਨ ਲੈ ਲੈਂਦੇ ਆ। ਤੁਹਾਡਾ ਜਿਹੜਾ ਜਵਾਬ ਹੈਗਾ ਉਹਦੇ ਬਾਰੇ ਸ਼ਾਸਤਰੀ ਜੀ ਕੀ ਕਹਿੰਦੇ ਨੇ? ਸ਼ਾਸਤਰੀ ਕੀ ਕਹੋਗੇ? देखिए,
मैं टीना जी के इस बयान को बिल्कुल कंडेम करता हूं। वो ये स्पष्ट करें कि कांग्रेस की प्रवक्ता है या पंजाब की प्रवक्ता है, और पंजाब और कांग्रेस को अलग नहीं किया जा सकता। इसलिए भाषा और व्यवहारिक तर्क वो होने चाहिए जो एक देश की सीमा और संविधान के बीच जिन पर बातचीत हो सके। पंजाब भारत और हरियाणा भारत का हिस्सा है, और कभी एक ही जी ये इकाई होती थी। जब हरियाणा अलग बना तो हरियाणा अलग बनने के बाद कुछ चीजें ऐसी तय हुई थी जिनके ऊपर निर्णय तत्काल हो गया था, और कुछ चीजें ऐसी थी जिनको निर्णय समय के साथ होना चाहिए जी था। कांग्रेस ही उन सब अड़चनों की बीमारी की जड़ है जिन्होंने इस मुद्दे को यहां तक लेकर आए। उस समय जब पंजाब और हरियाणा अलग हो रहे थे तो तमाम मुद्दे स्पष्ट और एक साथ पूरे किए जा सकते थे, और इतने सालों तक 1962 से जी लेके और 50-45 साल तक कांग्रेस का शासन रहा है। तो कांग्रेस ने यदि किसी स्टेट के लिए कम ज्यादा करना था तो उस समय अपने समय क्यों नहीं किया? और आज आप पंजाब के प्रवक्ता की तरह हैं, कांग्रेस के प्रवक्ता, तो कांग्रेस का स्टैंड क्या है? वो कांग्रेस की टीना नहीं करेंगी, वो कांग्रेस के खड़गे जी करेंगे कि हमारी नीति क्या है पंजाब को लेकर, हरियाणा को लेकर। कल आप जैसे आप आदमी पार्टी के लोग कह रहे थे कि हरियाणा को बूंद पानी नहीं देंगे, और हरियाणा में चुनाव लड़ रहे थे वो, तो हरियाणा को आईना दिखाया ना हरियाणा ने आम आदमी पार्टी को कि तुम्हारी स्थिति क्या है। जी इसलिए मैं ये मानता हूं कि दोनों राज्यों के इस प्रकार के जो मुद्दे हैं वो देश की सीमाओं और संविधान की सीमाओं के बीच रहकर चंडीगढ़ के अंदर हरियाणा का हिस्सा है, यूनिवर्सिटी में हरियाणा का हिस्सा है, और वो व्यवहारिक भी है, संवैधानिक भी है और भौगोलिक भी है। इन सब बातों को लेकर राजनीतिक ऐसे बयान न दिए जाए जिससे कि आम जनता उन बातों को लेकर उत्तेजित हो, और हमें उन सब बातों को लेकर बात करनी चाहिए जिससे कि सब लोग अमन चैन और शांति का माहौल बने। अच्छा हरियाणा का शास्त्री जी एक बहुत सवाल बड़ा हैगा हिस्सा- मेरा, शास्त्री जी मेरा एक सवाल हैगा, ਮੇਰਾ ਇੱਕ ਸਵਾਲ ਹੈ ਸ਼ਾਸਤਰੀ ਜੀ, ਜੀ ਮੇਰਾ ਇੱਕ ਸਵਾਲ ਹੈ, ਲਗਾਤਾਰ ਪੰਜਾਬ ਦੇ ਜਿੰਨੇ ਵੀ ਲੀਡਰ ਹੈਗੇ ਨੇ ਉਹ ਲਗਾਤਾਰ ਦਾਵਾ ਕਰਦੇ ਨੇ ਕਿ ਜਿਹੜਾ ਚੰਡੀਗੜ੍ਹ ਜਦੋਂ ਹੋਂਦ ਦੇ ਵਿੱਚ ਆਇਆ ਸੀਗਾ, ਪੰਜਾਬ ਦੇ ਪਿੰਡਾਂ ਨੂੰ ਉਜਾੜ ਕੇ ਚੰਡੀਗੜ੍ਹ ਨੂੰ ਸਥਾਪਿਤ ਕੀਤਾ ਗਿਆ ਸੀ, ਉਸ ਸਮੇਂ ਹੋਂਦ ਦੇ ਵਿੱਚ ਆਇਆ ਸੀ। ਉਹਨਾਂ ਦਾਅਵਿਆਂ ਨੂੰ ਕਿੱਥੋਂ ਤੱਕ ਸਹੀ ਮੰਨਦੇ ਹੋ ਤੁਸੀਂ शास्त्री जी? जी आप ये बताइए, जिस समय चंडीगढ़ बसा उस समय वर्तमान हरियाणा कहाँ का हिस्सा था? वर्तमान हरियाणा उसी पंजाब का हिस्सा था ना, जिस पंजाब के गांवों को उजाड़कर चंडीगढ़ बसाया। तो उजाड़कर नहीं कह सकते आप, उनको विस्थापित करके दूसरी जगह उनको बसाया गया, उनको मुआवजा दिया गया होगा उस समय, उन सबको इच्छा अनुसार उनकी जमीनें दी गई होंगी। जो व्यवस्था की गई थी वो उस समय की थी, लेकिन उस समय हरियाणा भी उसी पंजाब का हिस्सा होता था। इसलिए आज हरियाणा को अलग करके कैसे देखा जा सकता है? अच्छा ठीक है, पोलिटिकल एक्सपर्ट जड़े सरबजीत मक्खन तुहाडे कोले तो बाद आवांगे। मैं दोबारा एक बार पूछना चाहांगा, इंद्रजीत संधू जी मेरी आवाज आ पा रही है तुहानू? आ रही है संधू जी, जी मेरी आवाज आ रही है? आ रही है सर, आ रही है। संधू जी ਤੁਸੀਂ ਕੀ ਕਹੋਗੇ, ਤੁਹਾਡਾ ਕੀ ਰਿਐਕਸ਼ਨ, ਤੁਹਾਡਾ ਕੀ ਰਿਐਕਸ਼ਨ ਹੈਗਾ ਜਿਹੜਾ ਸ਼ਾਸਤਰੀ ਜੀ ਨੇ ਕਿਹਾ ਹੈਗਾ? ਵੇਖੋ ਗੱਲ ਇਸ ਤਰ੍ਹਾਂ ਹੈ ਕਿ ਵੱਖ-ਵੱਖ ਸੂਬਿਆਂ ਦੀਆਂ ਵੱਖ-ਵੱਖ ਰਾਜਧਾਨੀਆਂ ਹੈਗੀਆਂ ਨੇ, ਔਰ ਅਜਿਹਾ ਕੋਈ ਵੀ ਸੂਬਾ ਨਹੀਂ ਹੈਗਾ ਬਿਨਾਂ ਰਾਜਧਾਨੀ ਤੋਂ ਹੋਵੇਗਾ। ਔਰ ਜਿਹੜੇ ਨਵੇਂ ਸੂਬੇ ਵੀ ਬਣਦੇ ਹੁੰਦੇ ਨੇ, ਨਵੇਂ ਸੂਬਿਆਂ ਵਾਸਤੇ ਇੱਕ ਅਲੱਗਾ ਜਿਹੜਾ ਰਾਜਧਾਨੀ ਦਾ ਪ੍ਰਬੰਧ ਕੀਤਾ ਜਾਂਦਾ ਹੈ। ਸਾਰਿਆਂ ਵਿੱਚ ਹੀ ਇਸ ਤਰ੍ਹਾਂ ਹੋਇਆ। ਤੁਹਾਨੂੰ ਪਤਾ ਹੈ ਕਿ ਉੱਤਰ ਪ੍ਰਦੇਸ਼ ਵਿੱਚੋਂ ਵੀ ਉੱਤਰਾਂਚਲ ਹੈ ਜਿਹੜਾ ਉਹ ਅਲੱਗ ਹੋਇਆ ਸੀ, ਉਹਦੀ ਵੀ ਜਿਹੜੀ ਹੈ ਦੇਹਰਾਦੂਨ ਰਾਜਧਾਨੀ ਜਿਹੜੀ ਉਹ ਵੱਖਰੀ ਬਣਾਈ ਗਈ, ਕੋਈ ਲਖਨਊ ਤੇ ਤਾਂ ਕਬਜ਼ਾ ਨਹੀਂ ਨਾ ਕੀਤਾ ਗਿਆ। ਇਸੇ ਤਰੀਕੇ ਨਾਲ ਜਿਹੜੀਆਂ ਬਾਕੀ ਵੀ ਰਾਜਧਾਨੀਆਂ ਬਣੀਆਂ ਨੇ, ਚਾਹੇ ਛੱਤੀਸਗੜ੍ਹ ਦੀ ਹੈ, ਉਹ ਛੱਤੀਸਗੜ੍ਹ ਤੇ ਵੀ ਰਾਏਪੁਰ ਜਿਹੜੀ ਉਹਦੀ ਵੱਖਰੀ ਰਾਜਧਾਨੀ ਬਣਾਈ ਗਈ ਹੈ। ਇਸੇ ਤਰੀਕੇ ਨਾਲ ਬਾਕੀ ਜਿਹੜੀਆਂ ਪੰਜਾਬ ਦੇ ਵਿੱਚ ਵੀ ਜਿਹੜਾ ਨਾਲ ਜਿਹੜਾ ਸੂਬਾ ਹੈਗਾ ਹਿਮਾਚਲ ਵੱਖਰਾ ਹੋਇਆ, ਪਰ ਉਹਦੀ ਰਾਜਧਾਨੀ ਚੰਡੀਗੜ੍ਹ ਨਹੀਂ ਹੈਗੀ, ਹਾਲਾਂਕਿ ਹਿਮਾਚਲ ਦੇ ਵੀ ਨਾਲ ਲੱਗਦਾ, ਉਹਨਾਂ ਦੀ ਰਾਜਧਾਨੀ ਸ਼ਿਮਲਾ ਬਣੀ। ਇਸੇ ਤਰੀਕੇ ਨਾਲ ਬਾਕੀ ਜਿੰਨੀਆਂ ਵੀ ਹੁਣ ਤੱਕ ਸਟੇਟਾਂ ਵੱਖਰੀਆਂ ਬਣੀਆਂ ਨੇ ਉਹਨਾਂ ਦੀਆਂ ਰਾਜਧਾਨੀਆਂ ਜਿਹੜੀਆਂ ਨੇ ਵੱਖਰੀਆਂ ਜੀ ਹਾਂ ਬਿਲਕੁਲ। ਦੇਖੋ ਹਿਮਾਚਲ ਭਵਨ ਵੀ ਹੈਗਾ ਚੰਡੀਗੜ੍ਹ ਦੇ ਵਿੱਚ, ਦੂਜੇ ਪਾਸੇ ਹਰਿਆਣਾ ਭਵਨ ਵੀ ਹੈਗਾ ਚੰਡੀਗੜ੍ਹ ਦੇ ਵਿੱਚ ਹੀ ਹੈਗਾ। ਪਰ ਜੀ ਇੱਥੇ ਪਹਿਲੀ ਵਾਰੀ ਹੋ ਰਿਹਾ ਹੈ
ਕਿ ਇਸ ਤਰ੍ਹਾਂ ਹਰਿਆਣਾ ਵੱਲੋਂ ਜਿਵੇਂ ਉਸ ਸਟੇਟ ਵੱਲੋਂ ਲਗਾਤਾਰ ਉਸੇ ਰਾਜਧਾਨੀ ਤੇ ਹੱਕ ਜਤਾਇਆ ਜਾ ਰਿਹਾ ਜਿਹੜੀ ਰਾਜਧਾਨੀ ਜਿਹੜੀ ਪਹਿਲੇ ਸੂਬੇ ਦੇ ਕੋਲ ਹੈਗੀ ਹੈ। ਇਸ ਕਰਕੇ ਜਿਹੜੇ ਪੰਜਾਬ ਦੇ ਪਿੰਡ ਉਜਾੜ ਕੇ ਬਣਾਇਆ ਗਿਆ ਸੀ ਉਹ ਪੰਜਾਬ ਸੂਬੇ ਦੀ ਰਾਜਧਾਨੀ ਸੀ। ਜਦੋਂ ਜੇ ਵੱਖਰਾ ਜਿਹੜਾ ਉਹਨਾਂ ਨੂੰ ਇਲਾਕਾ ਦਿੱਤਾ ਗਿਆ ਉਹਦੇ ਵਿੱਚ ਉਹ ਰਾਜਧਾਨੀ ਆਪਦੀ ਬਣਾ ਸਕਦੇ ਸਨ। ਔਰ ਜਦੋਂ ਇਹਦਾ ਪ੍ਰਬੰਧ ਕੀਤਾ ਗਿਆ ਸੀ ਉਦੋਂ ਵੀ ਇਹੀ ਗੱਲ ਹੋਈ ਸੀ ਕਿ ਇਹ ਇੱਕ ਰਾਜਧਾਨੀ ਟੈਂਪਰੇਰੀ ਤੌਰ ਤੇ ਇੱਥੋਂ ਦੇ ਜਿਹੜੇ ਆਫਿਸ ਨੇ ਦਫ਼ਤਰ ਨੇ, ਹਾਲਾਂਕਿ ਬਹੁਤ ਵੱਡੀ ਬੱਜਰ ਗਲਤੀ ਸੀ। ਇਹ ਕਾਂਗਰਸ ਨੂੰ ਇਹਦਾ ਪ੍ਰੋਪਰ ਉਹਦਾ ਕੇਂਦਰ ਨੂੰ ਪ੍ਰਬੰਧ ਕਰਨਾ ਚਾਹੀਦਾ ਸੀ, ਪਰ ਕਿਉਂਕਿ ਕਾਂਗਰਸ ਹਮੇਸ਼ਾ ਹੀ ਜਿਹੜਾ ਪੰਜਾਬ ਵਿਰੋਧੀ ਰਵੱਈਆ ਅਖਤਿਆਰ ਕਰਕੇ ਇਹਨਾਂ ਨੇ ਹਮੇਸ਼ਾ ਰੱਖਿਆ। ਔਰ ਜਦੋਂ ਵੀ ਇਹ ਕੋਈ ਹਮੇਸ਼ਾ ਜਿੰਨੇ ਮਸਲੇ ਨੇ ਠੀਕ ਹੈ ਸੰਧੂ ਜੀ ਤੁਹਾਡੇ ਕੋਲ ਮੁੜ ਵਾਪਸ ਆਵਾਂਗੇ। ਮੈਂ ਵਿੱਚ ਨੂੰ ਰੋਕਣਾ ਚਾਹਾਂਗਾ। 2 ਮਿੰਟ ਦਾ ਸਮਾਂ ਦਿਓ, 2 ਮਿੰਟ ਦਾ ਸਮਾਂ ਦਿਓ ਸੰਧੂ ਜੀ, 2 ਮਿੰਟ ਦਾ ਸਮਾਂ। ਪਾਰਟੀਆਂ ਨੂੰ ਸ਼ਾਸਨ ਕਰਨ ਦਾ ਮੌਕਾ ਮਿਲਿਆ ਜੀ ਬੇਨਤੀ ਰੱਖੋ, ਤੁਸੀਂ ਆਪਣੀ ਕਿਹੜੀ ਬੇਨਤੀ ਕਰਦੇ ਹੋ। ਬੀਜੇਪੀ ਵੀ ਕੇਂਦਰ ਦੇ ਵਿੱਚ ਰਹੀ ਹੈ, ਉਹਨਾਂ ਨੇ ਵੀ ਕੋਈ ਹੁਣ ਵੀ ਇਹਨਾਂ ਨੂੰ ਚਾਹੀਦਾ ਕਿ ਇਹਦਾ ਹੱਲ ਕਰਨ ਪ੍ਰੋਪਰ। ਔਰ ਉਹਨਾਂ ਦੀ ਵੱਖਰੀ ਜਿਹੜੀ ਹੈ ਖਾਸ ਕਰਕੇ ਹਾਈਵੇ ਦੇ ਉੱਪਰ ਬਹੁਤ ਸਾਰੀਆਂ ਜਿਹੜੀਆਂ ਵੱਡੇ ਸਿਟੀ ਹੈਗੇ ਨੇ, ਅੰਬਾਲਾ ਹੈਗਾ, ਕੁਰਸ਼ੇਤਰ ਹੈਗਾ, ਉੱਥੇ ਕਰਨਾਲ ਹੈਗਾ, ਸੋਨੀਪਤ ਪਾਣੀਪਤ ਹੈਗਾ, ਕਿਤੇ ਹੋਰ ਵੀ ਕੋਈ ਨਾਲ ਲੱਗਦਾ ਜਿਹੜਾ ਹੈਗਾ, ਕੋਈ ਦਿੱਲੀ ਦੇ ਨਾਲ ਲੱਗਦੇ ਕਿਸੇ ਸ਼ਹਿਰ ਨੂੰ ਇਹ ਆਰਾਮ ਨਾਲ ਜਿਹੜੇ ਜਾਂ ਪੰਚਕੂਲਾ ਨੂੰ ਵੀ ਜੇ ਚੰਡੀਗੜ੍ਹ ਦੇ ਨੇੜੇ ਬਣਾਉਣਾ ਚਾਹੁਣ ਤਾਂ ਪੰਚਕੂਲਾ ਆਲਰੇਡੀ ਜਿਹੜਾ ਉੱਥੇ ਡਿਵੈਲਪ ਹੋ ਚੁੱਕਿਆ ਉਹਨੂੰ ਰਾਜਧਾਨੀ ਬਣਾ ਸਕਦੇ ਨੇ। ਇਹਨਾਂ ਦਾ ਕੋਈ ਰਾਈਟ ਨਹੀਂ ਬਣਦਾ ਕਿ ਵਾਰ-ਵਾਰ ਅੱਛਾ ਸੰਧੂ ਜੀ ਉਹਨਾਂ ਨੇ ਕਿਹਾ, ਉਹਨਾਂ ਨੇ ਪ੍ਰਸਤਾਵ ਦੇ ਵਿੱਚ ਮਤੇ ਦੇ ਵਿੱਚ ਮੇਰੀ ਗੱਲ ਸੁਣੋ ਸੰਧੂ ਜੀ, ਉਹਨਾਂ ਨੇ ਇਹ ਵੀ ਗੱਲ ਕਹੀ ਹੈ ਕਿ ਪੰਚਕੂਲਾ ਦੇ ਵਿੱਚ ਮਨਸਾ ਦੇਵੀ ਕੋਲ ਅਸੀਂ 10 ਏਕੜ ਜ਼ਮੀਨ ਇਹਦੇ ਬਦਲੇ ਦੇਣ ਨੂੰ ਤਿਆਰ ਹੈਗੇ ਆ। ਕਿਹਨੂੰ ਦੇਣ ਨੂੰ ਤਿਆਰ ਨੇ ਜੀ? ਚੰਡੀਗੜ੍ਹ ਨੂੰ, ਪੰਜਾਬ ਨੂੰ ਜੇ ਲੱਗਦਾ ਹੈ ਕਿ ਅਸੀਂ ਜ਼ਮੀਨ ਲੈ ਰਹੇ ਹਾਂ ਚੰਡੀਗੜ੍ਹ ਦੀ, ਤਾਂ ਅਸੀਂ ਚੰਡੀਗੜ੍ਹ ਪ੍ਰਸ਼ਾਸਨ ਨੂੰ ਦੇਣ ਨੂੰ ਤਿਆਰ ਹੈਗੇ ਆ, ਉਹ ਲੈ ਲੈਣ ਸਾਡੇ ਤੋਂ ਜ਼ਮੀਨ। ਇਸ ਗੱਲ ਦਾ ਪ੍ਰਸਤਾਵ ਦੇ ਵਿੱਚ ਕਿਤੇ ਜ਼ਿਕਰ ਕੀਤਾ ਗਿਆ ਕਿ ਅਸੀਂ ਇਸ ਜ਼ਮੀਨ ਦੇ ਬਦਲੇ 10 ਏਕੜ ਜ਼ਮੀਨ ਦੇਣ ਨੂੰ ਤਿਆਰ ਹਾਂ। ਨਹੀਂ, ਇਹਦਾ ਮੀਨਿੰਗ ਕੀ ਹੈ? ਇਹਦਾ ਮੀਨਿੰਗ ਤਾਂ ਇਹ ਹੋਇਆ ਕਿ ਪੰਜਾਬ ਜਿਹੜੀ ਚੰਡੀਗੜ੍ਹ ਨੂੰ ਰਾਜਧਾਨੀ ਬਣਾਏ ਰੱਖਣਾ ਹੋਇਆ। ਫਿਰ ਇਹੀ ਤਾਂ ਫਿਰ ਇਹਨਾਂ ਦੀ ਕੋਸ਼ਿਸ਼ ਹੈ ਨਾ। ਤੁਸੀਂ ਇਹ ਵੇਖੋ ਵੀ ਬੀਜੇਪੀ ਵੀ ਉਹੀ ਰਵੱਈਆ ਅਖਤਿਆਰ ਕਰ ਰਹੀ ਹੈ। ਬੀਜੇਪੀ ਵੀ ਚੰਡੀਗੜ੍ਹ ਲਗਾਤਾਰ ਉਹਦਾ ਜਿਹੜਾ ਕੇਂਦਰੀਕਰਨ ਕਰ ਰਹੀ ਹੈ। ਬੀਜੇਪੀ ਵੀ ਲਗਾਤਾਰ ਜਿਹੜੇ ਉੱਥੋਂ ਦੇ ਮੁਲਾਜ਼ਮ ਨੇ, ਜਿਹੜਾ ਕੋਈ 60-40 ਦਾ ਅਨੁਪਾਤ ਸੀ ਉਹਦੇ ਅਨੁਸਾਰ ਨਹੀਂ, ਬਲਕਿ ਉੱਥੇ ਵਾਰ-ਵਾਰ ਉੱਥੇ ਧੱਕੇ ਕੀਤੇ ਗਏ ਨੇ। ਬੀਜੇਪੀ ਵੀ ਲਗਾਤਾਰ ਉੱਥੇ ਜਿਹੜੇ ਹੈਗੇ ਨੇ ਪੰਜਾਬ ਯੂਨੀਵਰਸਿਟੀ ਜਿਹੜੀ ਉਹਦਾ ਕੇਂਦਰੀਕਰਨ ਕਰਨ ਦਾ ਯਤਨ ਕਰ ਰਹੀ ਹੈ। ਲਗਾਤਾਰ ਜਿੰਨੇ ਵੀ ਇਸ਼ੂ ਹੋ ਰਹੇ ਨੇ ਉਹ ਪੰਜਾਬ ਵਿਰੋਧੀ ਜਿਹੜੇ ਰੋਲ ਉਹਨਾਂ ਨੇ ਅਦਾ ਕੀਤੇ ਨੇ। ਇਸ ਕਰਕੇ ਜਿਹੜਾ ਜੇਕਰ ਉਹਨਾਂ ਨੂੰ ਰਾਜਧਾਨੀ ਬਣਾਉਣਾ ਹੈ ਤਾਂ ਪੰਜਾਬ ਸਰਕਾਰ ਵੀ, ਸਮੇਂ ਦੀਆਂ ਸਰਕਾਰਾਂ ਦੀ ਮੈਂ ਗੱਲ ਕਰਦਾ, ਸਮੇਂ ਦੀ ਸਰਕਾਰਾਂ ਨੇ ਹਮੇਸ਼ਾ ਕੋਸ਼ਿਸ਼ ਕੀਤੀ ਹੈ ਕਿ ਅਸੀਂ ਪੰਜਾਬੀ ਭਾਸ਼ਾ ਨੂੰ ਲਾਗੂ ਕਰੀਏ, ਅਮਲੀ ਰੂਪ ਦੇ ਵਿੱਚ ਚੰਡੀਗੜ੍ਹ ਦੇ ਵਿੱਚ ਲਾਗੂ ਕਰੀਏ। ਉਹ ਵੀ ਕੋਸ਼ਿਸ਼ਾਂ ਕਰਦੀ ਰਹੀਆਂ। ਜਿਹੜੀ ਤੁਸੀਂ ਇਲਜ਼ਾਮ ਲਗਾ ਰਹੇ ਹੋ ਕਿ ਕੇਂਦਰੀਕਰਨ ਕਰਨਾ ਚਾਹੁੰਦੇ ਨੇ, ਉਹ ਇੱਕੋ ਤਰ੍ਹਾਂ ਦਾ ਹੈਗਾ। ਕੇਂਦਰ ਸਰਕਾਰ ਆਪਣਾ ਕੰਮ ਕਰ ਰਹੀ ਹੈ ਤੇ ਪੰਜਾਬ ਦੀ ਸਮੇਂ ਦੀਆਂ ਸਰਕਾਰਾਂ ਆਪਣਾ ਕੰਮ ਕਰਦੀਆਂ ਰਹੀਆਂ ਨੇ ਤੇ ਹੁਣ ਦੀ ਸਰਕਾਰ ਆਪਣਾ ਕੰਮ ਕਰ ਰਹੀ ਹੈ। ਤੁਹਾਨੂੰ ਕੀ ਲੱਗਦਾ ਹੈ ਹੋਣਾ ਕੀ ਚਾਹੀਦਾ? ਇਸ ਤੋਂ ਬਾਅਦ ਅਸੀਂ ਪੋਲੀਟੀਕਲ ਐਕਸਪਰਟ ਦੇ ਕੋਲ ਜਾਵਾਂਗੇ। ਆਖਰੀ ਤੁਹਾਡਾ ਰਿਐਕਸ਼ਨ ਕੀ ਹੈਗਾ? ਇਹਦਾ ਕੇਂਦਰੀਕਰਨ ਕਰਨ ਦਾ ਮਤਲਬ ਹੈ ਵਾਰ-ਵਾਰ ਕਿ ਪੰਜਾਬ ਦਾ ਹੱਕ ਜਿਹੜਾ ਉਹਦੇ ਤੋਂ ਖੋਣਾ। ਔਰ ਇਹੀ ਚੀਜ਼ ਬਣਾਣੀ ਵੀ ਜਿਹੜਾ ਯੂਨੀਅਨ ਟੈਰੀਟਰੀ ਬਣਾਈ ਸੀ ਉਹ ਵੀ ਇਹੀ ਸੋਚ ਕੇ ਬਣਾਈ ਗਈ ਸੀ ਵੀ ਇਹਦਾ ਜਿਹੜਾ ਪੰਜਾਬ ਉਹਦੇ ਤੇ ਪੂਰਾ ਹੱਕ ਜਿਹੜਾ ਆਪਦਾ ਜਤਾ ਨਾ ਸਕੇ। ਔਰ ਲਗਾਤਾਰ ਇਹ ਕੋਸ਼ਿਸ਼ਾਂ ਨੇ, ਪਰ ਅਸੀਂ ਇਹ ਕਹਿੰਦੇ ਹਾਂ ਕਿ ਜਦੋਂ ਪੰਜਾਬ ਦੀ ਰਾਜਧਾਨੀ ਹੈ ਤਾਂ ਮੁਕੰਮਲ ਰਾਜਧਾਨੀ ਪੰਜਾਬ ਨੂੰ ਜਿਹੜੀ ਚੰਡੀਗੜ੍ਹ ਉਹ ਦੇਣੀ ਚਾਹੀਦੀ ਹੈ। ਪੰਜਾਬ ਦੇ ਰਕਬੇ ਦੇ ਵਿੱਚੋਂ, ਪੰਜਾਬ ਦੇ ਪਿੰਡਾਂ ਵਿੱਚੋਂ ਚੰਡੀਗੜ੍ਹ ਬਣਿਆ ਔਰ ਪੰਜਾਬ ਦੀ ਰੂਹ ਹੈ ਚੰਡੀਗੜ੍ਹ। ਔਰ ਇਸ ਕਰਕੇ ਇਹਨਾਂ ਦੇ ਕੋਲ ਜਿਹੜਾ ਬਾਕੀ ਖੇਤਰ ਹੈਗਾ ਉਹਦੇ ਵਿੱਚ ਪਹਿਲੀ ਤਾਂ ਗੱਲ ਹੈ ਲੰਗੜਾ ਸੂਬਾ ਪੰਜਾਬ ਨੂੰ ਦਿੱਤਾ ਗਿਆ ਹੈ। ਪੂਰੇ ਜਿਹੜੇ ਨਾਲ ਲੱਗਦੇ ਜਿਹੜੇ ਪੰਜਾਬੀ ਬੋਲਦੇ ਇਲਾਕੇ ਵੀ ਉਹ ਬਿਲਕੁਲ ਸਾਜ਼ਿਸ਼ ਦੇ ਤਹਿਤ ਜਿਹੜੇ ਉਸ ਵਕਤ ਜਿਹੜੇ RSS ਵਾਲੇ ਸਨ, ਬੀਜੇਪੀ ਦੇ ਸੰਘ ਦੇ ਕਾਰਿਆਕਰਤਾ ਸਨ, ਜਿਹੜੇ ਉਹਨਾਂ ਨੇ ਉੱਥੋਂ ਦੇ ਲੋਕਾਂ ਨੂੰ ਗਲਤ ਜਿਹੜਾ ਉਹਨਾਂ ਨੂੰ ਮੋਟੀਵੇਟ ਕਰਕੇ ਗਲਤ ਉਹਨਾਂ ਨੂੰ ਭੜਕਾ ਕੇ ਉੱਥੋਂ ਦੇ ਹਿੰਦੂ ਭਰਾਵਾਂ ਤੋਂ ਜਿਹੜੀ ਉਹਨਾਂ ਦੀ ਬੋਲੀ ਦੀ ਬਜਾਏ ਉਹਨਾਂ ਨੂੰ ਮਾਤ ਭਾਸ਼ਾ ਹਿੰਦੀ ਲਿਖਵਾਈ ਗਈ। ਹਿੰਦੀ ਕਿਸੇ ਦੀ ਮਾਤ ਭਾਸ਼ਾ ਹੋ ਸਕਦੀ ਹੈ ਔਰ ਖਾਸ ਕਰਕੇ ਉਹ ਵੀ ਹਰਿਆਣੇ ਦੇ ਲੋਕਾਂ ਦੀ ਹਰਿਆਣਵੀ ਹੋ ਸਕਦੀ ਹੈ। ਠੀਕ ਹੈ, ਉਹਨਾਂ ਦੀ ਲਿਪੀ ਨਹੀਂ ਹੈਗੀ, ਲਿਪੀ ਜਿਹੜੀ ਉਹਨਾਂ ਦੀ ਆਪਣੀ ਨਹੀਂ ਹੈਗੀ, ਪਰ ਉਹਨਾਂ ਤੋਂ ਹਿੰਦੀ ਲਿਖਵਾਈ ਗਈ ਤਾਂ ਕਿ ਜਿਹੜੀ ਬੋਲੀ ਹੈ ਉਹ ਪੰਜਾਬੀ ਬੋਲੀ ਪੰਜਾਬ ਹੈ ਜਿਹੜਾ ਪੰਜਾਬ ਦਾ ਰਕਬਾ ਜਿਹੜਾ ਉਹਦੇ ਨਾ ਵੱਧ ਸਕੇ। ਇਸ ਕਰਕੇ ਉਹਨਾਂ ਨੇ ਹਰ ਤਰੀਕੇ ਨਾਲ ਰੁਕਾਵਟਾਂ ਪਾਈਆਂ ਸਨ। ਠੀਕ ਹੈ ਸੰਧੂ ਸਾਹਿਬ, ਤੁਹਾਡੀ ਗੱਲ ਆ ਚੁੱਕੀ ਹੈ ਜੀ। ਬਿਲਕੁਲ
ਠੀਕ ਹੈ, ਤੁਹਾਡੀ ਗੱਲ ਆ ਚੁੱਕੀ ਹੈ ਸੰਧੂ ਜੀ। ਪੋਲੀਟੀਕਲ ਐਕਸਪਰਟ ਜਿਹੜੇ ਰਾਜਨੀਤਿਕ ਮਾਹਰ ਸਾਡੇ ਨਾਲ ਬੈਠੇ ਨੇ, ਕਿਸਾਨ ਆਗੂ ਵੀ ਹੈਗੇ ਨੇ, ਜਿਹੜੇ ਪਿੰਡਾਂ ਨੂੰ ਉਜਾੜਨ ਦੀ ਗੱਲ ਬਾਰ-ਬਾਰ ਪੰਜਾਬ ਦੇ ਲੀਡਰ ਕਰ ਰਹੇ ਨੇ, ਇਹਨਾਂ ਨੂੰ ਚੰਗੀ ਤਰ੍ਹਾਂ ਜਾਣਦੇ ਹੈਗੇ ਨੇ, ਕਿਉਂਕਿ ਕਿਸਾਨ ਵੀ ਹੈਗੇ ਨੇ, ਕਿਸਾਨ ਆਗੂ ਵੀ ਹੈਗੇ ਨੇ, ਐਮਐਲਏ ਦੇ ਵਿਧਾਇਕ ਦੇ ਚੋਣਾਂ ਵੀ ਲੜ ਚੁੱਕੇ ਨੇ। ਸਰਬਜੀਤ ਸਿੰਘ ਮੱਕੜ ਜਿਹੜੇ ਪੋਲੀਟੀਕਲ ਗਹਿਰਾਈ ਨੂੰ ਚੰਗੀ ਤਰ੍ਹਾਂ ਮਾਪਦੇ ਨੇ, ਇਹਨਾਂ ਨੂੰ ਚੰਗੀ ਤਰ੍ਹਾਂ ਪਤਾ ਹੈਗਾ। ਮੱਖਣ ਜੀ, ਤੁਸੀਂ ਕੀ ਕਹੋਗੇ? ਤੁਸੀਂ ਸਾਰਿਆਂ ਦੇ ਰਿਐਕਸ਼ਨ ਸੁਣੇ ਹੈਗੇ ਨੇ, ਤੁਹਾਡਾ ਕੀ ਵਿਚਾਰ ਹੈਗਾ ਇਸ ਵਿਸ਼ੇ ਤੇ? ਸਭ ਤੋਂ ਪਹਿਲਾਂ ਤਾਂ ਮੈਂ ਸਾਰਿਆਂ ਨੂੰ ਫਤਿਹ ਅਰਜ਼ ਕਰਦਾ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਅਸਲ ਦੇ ਵਿੱਚ ਇਲੈਕਸ਼ਨ ਨੇੜੇ ਆ ਗਈ, ਕਿਉਂਕਿ ਹਰਿਆਣਾ ਦੀ ਇਲੈਕਸ਼ਨ ਵੀ ਨੇੜੇ ਆ ਗਈ। ਜਦੋਂ ਵੀ ਕੋਈ ਇਲੈਕਸ਼ਨ ਨੇੜੇ ਆਉਂਦੀ ਹੈ ਤਾਂ ਉਦੋਂ ਦੇ ਇਸ ਤਰ੍ਹਾਂ ਦੇ ਸਵਾਲ ਨੇ, ਇਸ ਤਰ੍ਹਾਂ ਦੇ ਮੁੱਦੇ ਨੇ ਜਿਹੜੇ ਉੱਠਣੇ ਸ਼ੁਰੂ ਹੋ ਜਾਂਦੇ ਨੇ। ਸਭ ਤੋਂ ਪਹਿਲੀ ਗੱਲ ਤਾਂ ਇਹ ਹੈ। ਦੂਜੀ ਗੱਲ, ਜਿਵੇਂ ਕਹਿ ਰਹੇ ਨੇ ਕਿ ਮਨਸਾ ਦੇਵੀ ਕੋਲ ਅਸੀਂ 10 ਕਿੱਲੇ ਜ਼ਮੀਨ ਦੇ ਦਿੰਦੇ ਹਾਂ, ਤਾਂ ਇਹਨਾਂ ਨੂੰ ਚਾਹੀਦਾ ਕਿ ਮਨਸਾ ਦੇਵੀ ਦੇ ਉਹ 10 ਕਿੱਲਿਆਂ ਦੇ ਵਿੱਚ ਖੁਦ ਕਿਉਂ ਨਹੀਂ ਵਿਧਾਨ ਸਭਾ ਬਣਾ ਲੈਂਦੇ? ਉਹ ਵੀ ਤਾਂ ਅਕਸਰ ਉਹ ਵੀ ਪਹਾੜ ਦੇ ਨਾਲ ਲੱਗਦਾ ਏਰੀਆ ਹੈ। ਤੇ ਨੰਬਰ 2 ਇਹ ਵੀ ਇੱਕ ਵੱਡਾ ਸਵਾਲ ਹੈਗਾ, ਇਹ ਵੀ ਵੱਡਾ ਸਵਾਲ ਤੁਸੀਂ ਕੀਤਾ ਜੀ ਮੱਖਣ ਜੀ। ਇਹਦਾ ਰਿਐਕਸ਼ਨ ਸ਼ਾਸਤਰੀ ਜੀ ਕੋਲ ਲਵਾਂਗੇ, ਤੁਸੀਂ ਆਪਣੀ ਗੱਲ ਪੂਰੀ ਕਰ ਲਓ ਪਹਿਲਾਂ। ਹਾਂਜੀ, ਉਸ ਤੋਂ ਬਾਅਦ ਮੈਂ ਸਮਝਦਾ ਕਿ ਜਿਹੜੇ ਹਰਿਆਣੇ ਦੇ ਖੁਦ ਦੇ, ਪਹਿਲੀ ਗੱਲ ਤਾਂ ਇਹ ਹੈ ਕਿ ਸਾਡਾ ਹਰਿਆਣੇ ਨਾਲ ਬਹੁਤ ਔਖਾ ਭਾਈਚਾਰਾ ਜਿਹੜਾ ਉਹ ਇਕੱਠਾ ਕੀਤਾ ਗਿਆ, ਤੋਂ ਦਿੱਲੀ ਦੀਆਂ ਬਰੂਹਾਂ ਤੋਂ ਇਕੱਠਾ ਹੋਇਆ। ਅਸੀਂ ਨਹੀਂ ਬਿਲਕੁਲ ਲੜਨਾ ਚਾਹੁੰਦੇ ਹੈਗੇ ਕਿਸੇ ਵੀ ਮੁੱਦੇ ਤੇ। ਹਰਿਆਣਾ ਤੇ ਪੰਜਾਬ ਦੇ ਲੋਕ ਨੇ ਜਿਹੜੇ ਭਰਾ ਬਣ ਕੇ ਰਹਿਣਾ ਚਾਹੁੰਦੇ ਨੇ, ਔਰ ਸਾਰੇ ਹਿੰਦੁਸਤਾਨ ਦੇ ਚਾਹੁੰਦੇ ਨੇ। ਮੈਂ ਤਾਂ ਇਹ ਸਮਝਦਾ ਵੀ ਸਭ ਨੂੰ ਚਾਹੀਦਾ ਵੀ ਹੈ ਜੀ। ਪਰ ਗੱਲ ਕੀ ਹੈ ਕਿ ਜਿਹੜੀਆਂ ਅਸੀਂ ਪੋਲੀਟੀਕਲ ਬਿਲਕੁਲ ਦੇਖੋ, ਕਿਸਾਨ ਅੰਦੋਲਨ ਦੇ ਵਿੱਚ ਪੰਜਾਬ ਹਰਿਆਣੇ ਨੇ ਦੋ ਭਰਾਵਾਂ ਦੀ ਤਰ੍ਹਾਂ ਇੱਕ ਰੋਲ ਅਦਾ ਕੀਤਾ ਸੀ ਜਦੋਂ ਕਿਸਾਨ ਅੰਦੋਲਨ ਸੀਗਾ। ਤੁਸੀਂ ਵੀ ਸ਼ਰੀਕ ਸੀਗੇ ਉਸ ਕਿਸਾਨ ਅੰਦੋਲਨ ਦੇ ਵਿੱਚ। ਤੇ ਹੁਣ ਦੇਖੋ, ਹੁਣ ਕੀ ਸਮਝਦੇ ਹੋ ਤੁਸੀਂ? ਹੁਣ ਇਸ ਮਤੇ ਨੂੰ ਲੈ ਕੇ ਟਕਰਾਅ ਜਿਹੜਾ ਲਗਾਤਾਰ ਵੱਧਦਾ ਜਾ ਰਿਹਾ ਪੰਜਾਬ ਤੇ ਹਰਿਆਣੇ ਦੇ ਵਿਚਕਾਰ। ਉਹੀ ਗੱਲ ਕਰਦੇ ਆ ਜੀ। ਇਹ ਜਿਹੜੇ ਨਾ ਅੰਨਾ ਭਗਤ ਲੋਕ ਨੇ, ਇਹਨਾਂ ਨੂੰ ਇਸ ਗੱਲ ਦਾ ਬੜਾ ਚਾਅ ਚੜ ਜਾਂਦਾ, ਕੋਈ ਨਾ ਕੋਈ ਮੁੱਦਾ ਆ ਜਾਂਦਾ। ਮੈਂ ਸਮਝਦਾ ਇਹ ਮੁੱਦਾ ਅੱਜ ਦਾ ਮੁੱਦਾ ਹੈ ਹੀ ਨਹੀਂ। ਇਹ ਹੋਣਾ ਹੀ ਨਹੀਂ ਚਾਹੀਦਾ। ਜੇ ਹਰਿਆਣਾ ਨੂੰ ਇਸ ਗੱਲ ਦੀ ਜ਼ਰੂਰਤ ਹੈਗੀ ਆ, ਉਹਨਾਂ ਨੇ ਪਹਿਲੀ ਗੱਲ ਤਾਂ ਇਹ ਹੈ ਵੀ ਦੇਖੋ, ਇਹ ਵਿਧਾਨ ਸਭਾ ਜਿਹੜੀ ਚੱਲ ਰਹੀ ਆ ਬਹੁਤ ਵਧੀਆ ਪੀਸਫੁਲ ਚੱਲ ਰਹੀ ਆ। 2 ਦਿਨ ਉਹ ਚਲਾਉਂਦੇ ਨੇ, 2 ਦਿਨ ਉਹ ਚਲਾਉਂਦੇ ਨੇ। ਲੋੜ ਨਹੀਂ ਹੈਗੀ, ਦੇਸ਼ ਕਰਜਈ ਆ, ਦੇਸ਼ ਕੋਲ ਇੰਨਾ ਪੈਸਾ ਹੈ ਨਹੀਂ ਕਿ ਦੁਬਾਰਾ ਨਵੀਆਂ ਵਿਧਾਨ ਸਭਾ ਬਣਾਵੇ। ਹੋਰ ਬਹੁਤ ਕੁਝ ਕਰਨ ਵਾਲਾ, ਸਕੂਲਾਂ ਦੇ ਵਿੱਚ ਟੀਚਰ ਰੱਖੋ, ਸਕੂਲਾਂ ਦੇ ਅਪਗ੍ਰੇਡ ਕਰੋ, ਹੋਰ ਐਜੂਕੇਸ਼ਨ ਨੂੰ ਉੱਪਰ ਲੈ ਕੇ ਜਾਓ। ਵਿਧਾਨ ਸਭਾ ਨਵੀਆਂ ਬਣਾਉਣ ਦੇ ਨਾਲ ਬਣਨਾ ਕੀ ਆ? ਮੈਨੂੰ ਇਹ ਦੱਸੋ। ਜਿਹੜੀ ਗੱਲ ਤੁਸੀਂ ਇਸ ਹੁਣ ਡਿਬੇਟ ਤੇ ਬੈਠੇ ਕਰ ਸਕਦੇ ਹੋ, ਇਹੀ ਤੁਸੀਂ ਵਿਧਾਨ ਸਭਾ ਦੇ ਵਿੱਚ ਜਾ ਕੇ ਕਰਨੀ ਹੈ। ਲੋੜ ਕਿਹੜੀ ਹੈ? ਪਹਿਲੀ ਗੱਲ ਤਾਂ ਇਹ ਹੈ। ਬਹੁਤ ਵਧੀਆ ਕੰਮ ਚੱਲ ਰਿਹਾ ਹੈ, ਵਿਧਾਨ ਸਭਾ ਚੱਲ ਰਹੀ ਹੈ, ਪੰਜਾਬ ਐਂਡ ਹਰਿਆਣਾ ਹਾਈ ਕੋਰਟ ਚੱਲ ਰਿਹਾ, ਉਹ ਵੀ ਹਰਿਆਣਾ ਦੇ ਵਿੱਚ ਬਰਾਬਰ ਹੈ। ਤੇ ਗੱਲ ਇਹ ਹੈ ਵੀ ਠੀਕ ਹੈ, ਜਿਵੇਂ ਮੈਨੂੰ ਸੰਧੂ ਸਾਹਿਬ ਨੇ ਗੱਲ ਕਹੀ ਹੈ ਕਿ ਇਹ ਪਿੰਡ ਪੰਜਾਬ ਦੇ ਉਜੜੇ ਨੇ, ਨਾ ਕਿ ਹਰਿਆਣੇ ਦੇ ਉਜੜੇ ਨੇ। ਪੰਜਾਬ ਦੇ ਪਿੰਡਾਂ ਨੂੰ ਉਜਾੜ ਕੇ ਉਹ ਲੋਕ ਅਜੇ ਤੱਕ ਵੀ ਹਜੇ ਸਥਿਰ ਨਹੀਂ ਹੋਏ ਹੈਗੇ। ਜਿਵੇਂ ਗੱਲ ਕਰ ਰਹੇ ਸੀਗੇ ਸ਼ਾਸਤਰੀ ਜੀ ਕਿ ਉਹਨਾਂ ਨੂੰ ਮੁਆਵਜ਼ਾ ਦਿੱਤਾ ਗਿਆ। ਮੁਆਵਜ਼ਾ ਨਾ, ਜਦੋਂ ਤੁਸੀਂ ਜਿਹੜੇ ਲੋਕ ਪਾਕਿਸਤਾਨ ਤੋਂ ਉੱਜੜ ਕੇ ਆਏ ਨੇ, ਉਹ ਅੱਜ ਤੱਕ ਦੁਬਾਰਾ ਆਪਣੀਆਂ ਲੀਹਾਂ ਤੇ ਨਹੀਂ ਚੜ ਸਕੇ ਹੈਗੇ। ਜਿਹੜੇ ਹੁਣ ਸਾਡੇ ਇੱਥੋਂ 28 ਪਿੰਡਾਂ ਦੇ ਲੋਕ ਉੱਜੜ ਕੇ ਗਏ ਨੇ, ਉਹ ਵਿਚਾਰੇ ਹਲੇ ਤੱਕ ਵੀ ਲੀਹਾਂ ਤੇ ਨਹੀਂ ਚੜ ਸਕੇ। ਇਹ ਸਭ ਤੋਂ ਵੱਡਾ ਸਵਾਲ ਹੈਗਾ। ਮੈਂ ਕਹਿਣਾ ਵੀ ਜੇ ਤੁਸੀਂ ਕਿਰਾਏ ਦੇ ਮਕਾਨ ਦੇ ਵਿੱਚ ਘਰ ਬਦਲਣਾ ਹੋਵੇ ਨਾ, ਤੁਹਾਨੂੰ ਮੇਰਾ ਖਿਆਲ ਹੈ, ਹਾਲਾਂਕਿ ਇਹ ਪਤਾ ਹੁੰਦਾ ਵੀ ਅਸੀਂ ਇੱਥੇ ਕਿਰਾਏ ਤੇ ਜਾਣਾ, ਉਹ ਬਦਲਣਾ ਸਾਨੂੰ ਫਿਰ ਵੀ ਪੈਣਾ। ਸਾਡੇ ਉੱਥੇ 5-4 ਦਿਨ ਲੱਗ ਜਾਂਦੇ ਨੇ। ਇੱਕ ਜ਼ਿੰਦਗੀ ਦੇ ਵਿੱਚ ਕਮਾਈ ਕੀਤੀ ਹੋਈ ਤੇ ਦੇਸ਼ ਬਦਲਨੇ, ਸੂਬੇ ਬਦਲਨੇ ਤੇ ਸਾਰਾ ਕੁਝ ਬਦਲਣਾ ਬਹੁਤ ਔਖਾ ਕੰਮ ਹੈ। ਸੋ ਕਹਿਣ ਦਾ ਭਾਵ ਇਹ ਹੈ, ਇਹ ਮੁੱਦੇ ਜਿਹੜੇ ਨੇ, ਜਦੋਂ ਵੀ ਕੋਈ ਲੋਕ ਸਭਾ ਦੀ ਜਾਂ ਵਿਧਾਨ ਸਭਾ ਦੀ ਇਲੈਕਸ਼ਨ ਆਉਂਦੀ ਹੈ, ਉਹਦੇ ਵਿੱਚ ਇਹ ਮੁੱਦੇ ਕਿਉਂ ਉੱਠਦੇ ਨੇ? ਹੁਣ ਮੈਨੂੰ ਇਹ ਦੱਸੋ। ਹੁਣ ਆਹ ਨਵਾਂ ਹੀ ਕੰਮ ਹੈ, ਹਿੰਦੁਸਤਾਨ ਦੇ ਵਿੱਚ ਇੱਕ ਨਵੀਂ ਉਮੀਦ ਚੱਲੀ ਹੋਵੇ, ਸਟੇਸ਼ਨ ਦਾ ਨਾਮ ਬਦਲ ਦਿਓ, ਸ਼ਹਿਰ ਦਾ ਨਾਮ ਬਦਲ ਦਿਓ, ਵਿਧਾਨ ਸਭਾ ਬਦਲ ਦਿਓ। ਇਹ ਕਿਹੜੇ ਮੁੱਦੇ ਨੇ? ਦੇਸ਼ ਸੀ ਅੱਜ ਤੋਂ ਸੰਨ 2014 ਦੇ ਵਿੱਚ 7% ਤੇ ਗਰੋਥ ਕਰ ਰਿਹਾ ਸੀ, ਅੱਜ -23% ਤੇ ਦੇਸ਼ ਚਲਾ ਗਿਆ। ਤੁਸੀਂ ਕਿਹੜੇ ਮੁੱਦਿਆਂ ਦੀ ਗੱਲ ਕਰ ਰਹੇ ਹੋ? ਇਹ ਵਿਧਾਨ ਸਭਾ ਨਾਲ ਮੁੱਦੇ ਹੱਲ ਹੋ ਜਾਣਗੇ? ਇਹ ਲੋਕਾਂ ਦਾ ਸਿਰਫ ਤੇ ਸਿਰਫ ਇੱਕ ਧਿਆਨ ਭਟਕਾਉਣ ਵਾਲੀ ਗੱਲ ਹੈ। ਠੀਕ ਹੈ ਮੱਖਣ ਜੀ, ਤੁਹਾਡੀ ਗੱਲ ਆ ਗਿਆ। ਸ਼ਾਸਤਰੀ ਜੀ ਸਰਬਜੀਤ ਮੱਖਣ ਜੀ ਨੇ ਇੱਕ ਗੱਲ ਕਹੀ ਹੈਗੀ ਆ। ਸਰਬਜੀਤ ਮੱਖਣ ਜੀ ਨੇ ਇੱਕ ਗੱਲ ਕਹੀ ਆ, ਸ਼ਾਸਤਰੀ ਜੀ, ਜਿਹੜੀ ਮਨਸਾ ਦੇਵੀ ਆ ਪੰਚਕੂਲਾ ਦੇ ਵਿੱਚ, ਤੁਹਾਡੇ ਕੋਲ ਬਹੁਤ ਜ਼ਮੀਨ ਹੈਗੀ ਆ, ਹਰਿਆਣੇ ਦੇ ਕੋਲ ਬਹੁਤ ਜ਼ਮੀਨ ਹੈਗੀ ਆ, ਤੁਸੀਂ ਉੱਥੇ ਕਿਉਂ ਨਹੀਂ ਬਣਾ ਲੈਂਦੇ ਆਪਣੀ ਵਿਧਾਨ ਸਭਾ ਵੱਖਰੇ ਤੌਰ ਤੇ? देखिए, मैं समझता हूं कि रिएक्शन हैगा जी? राजनीतिक विश्लेषण के नाते जिनको आपने सरबजीत जी को बैठाया, उनकी राजनीतिक समझ पर मैं प्रश्न चिन्ह उठाता हूं।
जिस प्रकार उन्होंने कहा कि विधानसभा की आवश्यकता ही क्या है, एक ही विधानसभा में दो क्यों नहीं बैठ जाते, 2 दिन वो चला ले 2 दिन वो चला ले। क्या एक राजनीतिक व्यक्ति को इतनी समझ नहीं है कि आने वाले 25 के अंदर डिमिलिटेशंस के माध्यम से सीटें विधानसभा और लोकसभा में बढ़ेंगी? और यदि आप इतना ही ईमानदारी से बात करते हैं तो जब हरियाणा पंजाब का विभाजन हुआ तो कितना हिस्सा पंजाब को और कितना हिस्सा हरियाणा को तय किया गया था, कितने वर्षों बीत जाने के बाद भी वो हिस्सा हरियाणा को नहीं मिला, इस पर उनकी टिप्पणी नहीं आई। इसलिए मुझे ये लगता है कि राजनीतिक विश्लेषण नहीं, ये एक अपने वहां पंजाब के नाते, और ऐसा होना नहीं चाहिए। एक हम सब भारत के ठीक है ਤੁਹਾਡੀ ਗੱਲ ਆ ਗਈ ਹੈ ਜੀ। ਤੁਹਾਡੇ ਕੋਲ ਵਾਪਸ ਆਵਾਂਗੇ ਸ਼ਾਸਤਰੀ ਜੀ। ਟੀਨਾ ਚੌਧਰੀ ਜੀ ਸੀਨੀਅਰ ਕਾਂਗਰਸ ਪਾਰਟੀ ਦੇ ਸੀਨੀਅਰ ਬੁਲਾਰੇ ਨੇ। ਟੀਨਾ ਜੀ ਤੁਹਾਡੇ ਕੋਲ ਮੇਰਾ ਸਵਾਲ ਹੈਗਾ, ਇੱਕ ਵਿਰੋਧੀ ਪਾਰਟੀ ਦੇ ਜਿਹੜੇ ਲੀਡਰ ਹੈਗੇ ਨੇ ਪ੍ਰਤਾਪ ਸਿੰਘ ਬਾਜਵਾ ਨੇ ਚਿੱਠੀ ਦੇ ਵਿੱਚ ਜ਼ਿਕਰ ਇਹ ਵੀ ਕੀਤਾ। ਸ਼ਾਸਤਰੀ ਜੀ ਸਮੇਂ ਦੀ ਘਾਟ ਹੈ। नहीं, आपने क्यों बैठाया था हरियाणा को? आपको यदि पंजाब के लोगों से ही बात करनी थी तो पंजाब के लोगों से बात करते, हरियाणा के लोगों को क्यों बैठाया आपने? आप उनकी बात शास्त्री जी मेरे दूजे गेस्ट तुसी सीगे, मेरा शास्त्री जी मेरी गल सुनो। शास्त्री जी ਆਪਾਂ ਇੱਕ ਪਲੇਟਫਾਰਮ ਤੇ ਬੈਠੇ ਆ। ਸ਼ਾਸਤਰੀ ਜੀ ਆਪਾਂ ਇੱਕ ਪਲੇਟਫਾਰਮ ਤੇ ਬੈਠੇ ਆ। ਮੇਰੀ ਬੇਨਤੀ ਹੈ ਤੁਹਾਨੂੰ ਸਾਰਿਆਂ ਨੂੰ ਸਮਾਂ ਦੇਣਾ। ਸ਼ਾਸਤਰੀ ਜੀ ਸਾਰਿਆਂ ਨੂੰ ਸਮਾਂ ਦੇਣਾ। टीना जी तब होता है जब बराबर की बातें रखे, एक दूसरे को बात को महत्व देकर उनका लॉजिकली बात करो। जब एक राजनीतिक विश्लेषण को यह आवश्यक चलो ठीक है। शास्त्री जी 2 मिनट ਦੇ ਵਿੱਚ ਦੱਸੋ, ਤੁਸੀਂ ਆਪਣੀ ਗੱਲ ਰੱਖੋ, 2 ਮਿੰਟ ਦੇ ਵਿੱਚ ਰੱਖੋ। शास्त्री जी मेरी बेनती है ਤੁਹਾਨੂੰ 2 ਮਿੰਟ ਦੇ ਵਿੱਚ ਗੱਲ ਰੱਖੋ, ਸਮੇਂ ਦੀ ਬਹੁਤ ਘਾਟ ਹੈਗੀ ਆ। ਸਾਰਾ ਜਿਹੜਾ ਪੈਨਲ ਜੁੜਿਆ ਸਭ ਨੂੰ ਮੌਕਾ ਦੇਣਾ ਹੈਗਾ। ਤੁਸੀਂ 2 ਮਿੰਟ ਦੇ ਵਿੱਚ ਗੱਲ ਰੱਖੋ। ਆਪਣੀ ਅਗਲਾ ਸਵਾਲ ਮੈਂ ਟੀਨਾ ਜੀ ਦੇ ਕੋਲ ਲੈ ਕੇ ਜਾਵਾਂਗਾ। दिक्कत क्या? आप इस प्रकार की बातें करेंगे और ऐसे लोगों को टीवी पर बैठाएंगे जिनको ये समझ नहीं है कि विधानसभा की आवश्यकता आपको अपने घर की आवश्यकता नहीं है क्या आप अपना नाम रख सकते हैं? क्या मैं आपका नाम बदलकर बोल सकता हूँ? क्या आपने शास्त्री जी नाम रखा है आपके माता? शास्त्री जी तुसी पर्सनल अटैक कर रहे हो। बेनती है एक निजी अटैक ना किया जावे। शास्त्री जी बेनती है निजी अटैक ना किया जावे, मर्यादा नूं भंग ना किया जावे। टीना जी तुहाडे कोल मेरा सवाल हैगा। तुम्हारे अंदर डिबेट करने का मुद्दा नहीं है। शास्त्री जी कांग्रेस ज्यादा विरोध करे या आम आदमी भी ज्यादा विरोध करे, तुम्हारी डिबेट का आधार ये है। और ये आधार नहीं होना चाहिए, आधार ये होना चाहिए कि लॉजिकली क्या है, क्या गलतियां पीछे हुई, उन गलतियों को आगे कैसे बढ़ाया जाएगा। ਕਿਹੜੀ ਲੌਜੀਕ ਦੀ ਤੁਸੀਂ ਗੱਲ ਕਰ ਰਹੇ ਸ਼ਾਸਤਰੀ ਜੀ? ਲੌਜੀਕ ਅਸੀਂ ਸਮਝਾ ਦਿੰਦੇ ਤੁਹਾਨੂੰ, ਤੁਸੀਂ ਸੁਣਨ ਵਾਲੇ ਤੇ ਬਣੋ। ਇਕੱਲੇ ਬੋਲੀ ਜਾਓਗੇ ਤੇ ਬਾਕੀ ਨੂੰ ਮੌਕਾ ਕਿਸ ਤਰ੍ਹਾਂ ਮਿਲੇਗਾ? ਖਬਰ ਰੱਖੋ, ਠੰਡ ਰੱਖੋ, ਨਹੀਂ ਤੇ ਠੰਡ ਰੱਖੋ ਨਾ। ਤੁਸੀਂ ਇਕੱਲੇ ਹੀ ਆਏ ਹੋ ਡਿਬੇਟ ਤੇ ਗੱਲ ਕਰਨ ਵਾਸਤੇ, ਜੇ ਤੁਹਾਨੂੰ ਇੱਥੇ ਪੰਪ ਲਾ ਕੇ ਭੇਜਿਆ ਅਸੀਂ ਕਿਤੇ ਬੋਲੀ ਜਾਓ। नहीं तुसी शास्त्री चुप करोगे, आवाज सानू भी अच्छी करनी होंदी है। शास्त्री जी बोली जाओगे, तुसी चुप करोगे कि नहीं करोगे? किहड़ी गल्लां करदे हो? जिंदगी च ना कदी ਤੁਹਾਨੂੰ ਚੰਡੀਗੜ੍ਹ ਦੀ ਜਗ੍ਹਾ ਮਿਲੀ ਹੈ, ਨਾ ਪਹਿਲੀ ਮਿਲੀ ਸੀ ਨਾ शास्त्री जी ਚੰਡੀਗੜ੍ਹ ਦੀ ਜਗ੍ਹਾ ਨਹੀਂ ਮਿਲ ਸਕਦੀ। शास्त्री जी जो पंचकुला में 10 एकड़ दे रहे हैं उसमें आप अलग से विधानसभा क्यों नहीं बना देते? ਕੋਈ ਲੌਜੀਕਲੀ ਗੱਲ ਹੈਗੀ ਹੈ ਤੁਹਾਡੀ? ਤੁਸੀਂ ਚੰਡੀਗੜ੍ਹ ਦੇ ਵਿੱਚ ਆ ਕੇ ਐਸਾ ਕੀ ਲੱਗ ਲਿਆ ਕਿ ਬੋਰ ਕਰਨਾ ਹੈ ਕਿ ਐਸਵਾਈਐਲ ਦਾ ਪਾਣੀ ਨਹੀਂ? ਤੁਸੀਂ ਉਸ ਜਗ੍ਹਾ ਤੇ ਜਾ ਕੇ ਬੋਰ ਕਰਨਾ ਨਹੀਂ? ਚੰਡੀਗੜ੍ਹ ਜਾ ਕੇ ਬੋਰ ਕਰਨਾ ਸਿੱਧਾ ਹਰਿਆਣਾ ਭੇਜਣਾ ਤੁਸੀਂ ਨਹੀਂ? ਉੱਥੇ ਕੀ ਕਰਨਾ ਤੁਸੀਂ? क्यों दादागिरी दिखाते हो? दादागिरी ਤੁਸੀਂ ਤਾਂ ਕਿਸੇ ਨੂੰ ਬੋਲਣ ਦਾ ਮੌਕਾ ਨਹੀਂ ਦੇ ਰਹੇ। शास्त्री जी ਤੁਹਾਨੂੰ ਇਹ ਕਹਿ ਰਹੇ ਆ और तुम कब्जे की बात करते हो। शास्त्री जी ਸਾਰਿਆਂ ਨੂੰ ਮੌਕਾ ਦੇਣਾ ਸਾਡੇ ਵਾਸਤੇ। ਸਾਰੇ ਗੈਸਟ ਬਰਾਬਰ ਨੇ ਇਸ ਮੰਚ ਤੇ, ਸਾਰੇ ਗੈਸਟ ਬਰਾਬਰ ਨੇ। ਇਸ ਕਰਕੇ ਮੇਰੀ ਬੇਨਤੀ ਹੈਗੀ ਹੈ ਇਸ ਮਰਿਆਦਾ ਨੂੰ ਨਾ ਭੰਗ ਕੀਤਾ ਜਾਵੇ।
ਆ ਦੇਖੋ ਅੱਧਾ ਕੱਲੇ ਪੰਜਾਬ ਬੋਲੀ ਪੰਜਾਬ ਇੱਕ ਥਾ ਤੁਸੀਂ ਚੰਡੀਗੜ੍ਹ ਬਣਾ ਕੇ ਹਰਿਆਣਾ ਪੰਜਾਬ ਇੱਕ ਸ਼ਾਸਤਰੀ ਜੀ ਤੁਹਾਡੀ ਗੱਲ ਹੋ ਗਈ ਆ, ਸ਼ਾਸਤਰੀ ਜੀ ਤੁਹਾਡੀ ਗੱਲ ਹੋ गई है। तो उस पंजाब को लेने की कोशिश करो जो चंडीगढ़ पंजाब का है तुम और उस बात रहेगा। के लिए बात करो। चंडीगढ़ पंजाब का है और रहेगा। एकड़ जमीन के ऊपर चंडीगढ़ पंजाब का है और रहेगा। तुम चंडीगढ़ पंजाब का है और रहेगा। चंडीगढ़ पंजाब का है और रहेगा। कोई नहीं उन्होंने ले सकता। कितने बड़े हिस्से पर कब्जा कर रखा वो चंडीगढ़ पंजाब का है वो और पंजाब रहेगा। आदमी आता जिन्हें गुरु नानक देव की पुण्य भूमि के ऊपर कब्जा कर रखा वो तुम्हें याद नहीं आता। अच्छा टीना जी मेरा सवाल है ਤੁਹਾਨੂੰ ਇੱਕ टीना चौधरी ने ਜਿਹੜੇ ਕਾਂਗਰਸ ਪਾਰਟੀ ਦੇ ਸੀਨੀਅਰ ਬੁਲਾਰੇ ਨੇ ਮੇਰਾ ਸਵਾਲ टीना जी ਦੇ ਕੋਲ ਹੈ। ਸ਼ਾਸਤਰੀ ਜੀ ਬੇਨਤੀ ਆ ਸ਼ਾਸਤਰੀ ਜੀ ਬੇਨਤੀ ਆ ਤੁਸੀਂ ਬਹੁਤ ਲੰਬੀ ਖਿੱਚ ਕੇ ਲੈ ਗਏ ਤੁਸੀਂ ਆਪਣੀ ਗੱਲ ਨੂੰ ਬਹੁਤ ਲੰਬਾ ਖਿੱਚ ਕੇ ਲੈ ਗਏ ਮੇਰੀ ਬੇਨਤੀ ਆ गुरु नानक देव की पुण्य भूमि और सर ਤੁਹਾਨੂੰ ਚਾਬੀ ਦਿੱਤੀ ਕਿਸੇ ਨੇ शास्त्री जी ਤੁਸੀਂ और चाबी दे के भेजा किसी ने शास्त्री जी ठंड रखो थोड़ी शास्त्री जी मैं बात करने से पहले 10 प्लीज मैं बेनती करदा शास्त्री जी किसी ने चाबी दे के भेजा ठंड मुद्दे रखो थोड़ी मुद्दे पे बात करो कोई और भी शास्त्री बात जी। करते हैं आगे नहीं मुद्दा ये पहले तुम ही बोली कि होगे। मुद्दा 10 एकड़ पर हो सकता है शास्त्री जी आपत्ति जतानी आंदी है ਤੁਹਾਨੂੰ। मैं ਦੱਸਦਾ ਮੈਨੂੰ ਇੱਕ ਮੌਕਾ ਦਿਓ ਸਾਰੇ ਗੈਸਟ ਪਲੀਜ਼ क्या वो पंजाब ਮੈਨੂੰ ਇੱਕ ਮੌਕਾ ਦਿਓ ਮੈਨੂੰ ਇੱਕ ਮੌਕਾ ਦਿਓ ਮੈਨੂੰ ਇੱਕ ਮੌਕਾ ਦਿਓ ਪਲੀਜ਼ ਬੇਨਤੀ ਆ ਮੇਰੀ ਬੇਨਤੀ ਆ ਸ਼ਾਸਤਰੀ ਜੀ ਤੁਸੀਂ 2 ਮਿੰਟ ਲਈ ਮੈਨੂੰ ਮੌਕਾ ਦਿਓਗੇ ਸ਼ਾਸਤਰੀ ਜੀ 2 ਮਿੰਟ ਲਈ ਮੌਕਾ ਦਿਓਗੇ 2 ਮਿੰਟ ਲਈ ਮੈਨੂੰ ਮੌਕਾ ਦਿਓ ਸਾਰੇ ਗੈਸਟ ਸ਼ਾਸਤਰੀ ਜੀ ਸਭ ਤੋਂ ਪਹਿਲੀ ਗੱਲ ਹਰੇਕ ਚੈਨਲ ਦੀ ਇੱਕ ਮਰਿਆਦਾ ਹੁੰਦੀ ਆ ਅਸੀਂ ਕੋਈ ਪੱਖਪਾਤ ਨਹੀਂ ਕਰਨਾ ਅਸੀਂ ਕੋਈ ਪੱਖਪਾਤ ਨਹੀਂ ਕਰਨਾ ਅਸੀਂ ਨਾ ਪੰਜਾਬ ਦੇ ਹੱਕ ਦੀ ਗੱਲ ਕਰਨੀ ਆ ਨਾ ਹਰਿਆਣਾ ਦੇ ਹੱਕ ਦੀ ਗੱਲ ਕਰਨੀ ਆ ਅਸੀਂ ਜਨਤਾ ਦੇ ਹੱਕ ਦੀ ਗੱਲ ਕਰਨੀ ਆ तो पाकिस्तान के अंदर कब्जे में ਗੱਲ ਸੁਣਨੀ ਨਹੀਂ ਹੈ ਇਹਨਾਂ ਨੂੰ ਮਿਊਟ ਕਿਉਂ ਨਹੀਂ ਕਰਦੇ हरियाणा को 10 एकड़ जमीन का ਸ਼ਾਸਤਰੀ ਜੀ ਮੇਰੀ ਗੱਲ ਸੁਣੋਗੇ ਸ਼ਾਸਤਰੀ ਜੀ ਮੇਰੀ ਗੱਲ ਸੁਣੋਗੇ ਕਿਉਂ ਨਹੀਂ ਕਰਦੇ ਮੈਂ ਰਿਕੁਐਸਟ ਆਖਰੀ ਵਾਰ ਕਰ ਰਿਹਾ ਮੇਰੀ ਗੱਲ ਸੁਣੋਗੇ ਸ਼ਾਸਤਰੀ ਜੀ ਮੇਰੀ ਗੱਲ ਸੁਣੋਗੇ ਸ਼ਾਸਤਰੀ ਜੀ ਪਲੀਜ਼ ਮੈਂ ਸਮਾਂ ਸਾਰੇ ਗੈਸਟਾਂ ਨੂੰ ਦੇਣਾ ਚਾਹੁੰਦਾ ਸੀਗਾ ਜਿਹੜੀ ਤੁਸੀਂ ਗੱਲ ਕਹਿ ਰਹੇ ਹੋ ਇਸ ਚੈਨਲ ਤੇ ਇਸ ਮੰਚ ਤੇ ਮੈਂ ਬੋਲ ਰਿਹਾ ਮੇਰੀ ਗੱਲ ਸੁਣੋ ਸ਼ਾਸਤਰੀ ਜੀ ਪਲੀਜ਼ 2 ਮਿੰਟ ਦਿਓ ਮੈਨੂੰ ਇਸ ਚੈਨਲ ਤੇ ਇੱਕ ਪ੍ਰੋਟੋਕਾਲ ਹੁੰਦਾ ਅਸੀਂ ਕਿਸੇ ਦੇ ਖਿਲਾਫ ਨਹੀਂ ਬੋਲਣਾ ਅਸੀਂ ਸਿਰਫ ਜਨਤਾ ਦੇ ਹੱਕ ਦੀ ਗੱਲ ਕਰਨੀ ਆ ਅਸੀਂ ਮੁੱਦੇ ਦੀ ਗੱਲ ਕਰ ਰਹੇ ਆ ਅਸੀਂ ਮੌਕਾ ਤੁਹਾਨੂੰ ਵੀ ਦੇਣਾ ਅਸੀਂ ਪੰਜਾਬ ਦੇ ਲੋਕਾਂ ਨੂੰ ਵੀ ਮੌਕਾ ਦੇਣਾ ਸਰਬਜੀਤ ਮੱਖਣ ਦਾ ਤੁਸੀਂ ਬਿਆਨ ਦਾ ਇਤਰਾਜ਼ ਕੀਤਾ ਸਰਬਜੀਤ ਮੱਖਣ ਨੇ ਸਭ ਤੋਂ ਪਹਿਲਾਂ ਉਹਦੇ ਸ਼ਬਦ ਇਹ ਸੀਗੇ ਸਰਬਜੀਤ ਮੱਖਣ ਦੇ ਕਿ ਪੰਜਾਬ ਤੇ ਹਰਿਆਣਾ ਦੋਵੇਂ ਭਰਾ ਨੇ ਇਸ ਗੱਲ ਦਾ ਤੁਸੀਂ ਕੀ ਮਤਲਬ ਕਰਦੇ ਹੋ ਫਿਰ ਵੀ ਤੁਸੀਂ ਐਡੀ ਲੰਬੀ ਬਹਿਸ ਦੇ ਵਿੱਚ ਚਲੇ ਗਏ ਇੱਕ ਮਰਿਆਦਾ ਹੁੰਦੀ ਆ ਅਸੀਂ ਤੁਹਾਨੂੰ ਇੱਕ ਗੈਸਟ ਦੇ ਤੌਰ ਤੇ ਅਸੀਂ ਤੁਹਾਨੂੰ ਇਸ ਮੰਚ ਤੇ ਲੈ ਕੇ ਆਏ ਆ ਤੁਹਾਨੂੰ ਹਰਿਆਣਾ ਦਾ ਪੱਖ ਰੱਖੋ ਤੁਸੀਂ ਇਸ ਗੱਲ ਤੇ ਲੰਬੀ ਕਿਉਂ ਖਿੱਚ ਰਹੇ ਹੋ ਅਸੀਂ ਆਵਾਂਗੇ ਅਸੀਂ ਵਾਪਸ ਆਵਾਂਗੇ ਸ਼ਾਸਤਰੀ ਜੀ ਫਿਰ ਖਿੱਚ ਰਹੇ ਹੋ ਤੁਸੀਂ ਗੱਲ ਨੂੰ ਮੇਰਾ ਸਵਾਲ ਟੀਨਾ ਜੀ ਨੂੰ ਹੈ ਟੀਨਾ ਜੀ ਪ੍ਰਤਾਪ ਸਿੰਘ ਬਾਜਵਾ ਜੀ ਨੇ ਇੱਕ ਚਿੱਠੀ ਲਿਖੀ ਸੀਗੀ ਉਹਦੇ ਵਿੱਚ ਇਹ ਵੀ ਜ਼ਿਕਰ ਕੀਤਾ ਸੀ ਪੰਜਾਬ ਦੇ ਵਿੱਚ ਪਹਿਲਾਂ ਹੀ ਮਾਹੌਲ ਬਹੁਤ ਖਰਾਬ ਹੋਇਆ ਪਿਆ ਕਾਨੂੰਨ ਵਿਵਸਥਾ ਵਿਗੜੀ ਹੋਈ ਹੈ ਉਹਦਾ ਜ਼ਿਕਰ ਕਰਨ ਦੀ ਕੀ ਲੋੜ ਪੈ ਗਈ ਸੀਗੀ ਇਸ ਚਿੱਠੀ ਦੇ ਵਿੱਚ ਗੱਲ ਚੰਡੀਗੜ੍ਹ ਵਿਧਾਨ ਸਭਾ ਤੇ ਹਰਿਆਣਾ ਪੰਜਾਬ ਦੀ ਚੱਲ ਰਹੀ ਹੈ ਉਹਦੇ ਵਿੱਚ ਇਸ ਗੱਲ ਦਾ ਜ਼ਿਕਰ ਕਰਨ ਦੀ ਕੀ ਲੋੜ ਪੈ ਗਈ ਸੀ हालात खराब होने का कारण हरियाणा है क्या ਟੀਨਾ ਜੀ ਮੇਰਾ ਸਵਾਲ ਹੈ ਤੁਹਾਨੂੰ ਹੈ ਦੇਖੋ ਸਿੱਧੀ ਗੱਲ ਹੈ ਸਭ ਤੋਂ ਵੱਡੀ ਗੱਲ ਸ਼ਾਸਤਰੀ ਜੀ ਮੇਰਾ ਸਵਾਲ ਟੀਨਾ ਚੌਧਰੀ ਜੀ ਨੂੰ ਹੈ ਕਾਂਗਰਸ ਪਾਰਟੀ ਦੇ ਸੀਨੀਅਰ ਬੁਲਾਰੇ ਨੇ ਮੇਰਾ ਸਵਾਲ ਉਹਨਾਂ ਨੂੰ ਹੈ ਜਿਸ ਤਰ੍ਹਾਂ ਅਸੀਂ ਸਾਰੇ ਜਾਣਦੇ ਆ ਪੰਜਾਬ ਦੇ ਵਿੱਚ ਜੋ ਹਾਲਾਤ ਬਣੇ ਹੋਏ ਨੇ ਅਸੀਂ ਸਾਰੇ ਜਾਣਦੇ ਆ ਕਿੰਨੇ ਬੱਤਰ ਹੋ ਚੁੱਕੇ ਦਿਨ ਦਿਹਾੜੇ ਕਤਲ ਹੋ ਰਹੇ ਨੇ ਦਿਨ ਦਿਹਾੜੇ ਗੈਂਗਸਟਰ ਸ਼ਰਿਆਮ ਪ੍ਰਸ਼ਾਸਨ ਦੇ ਸਾਹਮਣੇ ਘੁੰਮ ਰਹੇ ਨੇ ਔਰ ਬਜਾਏ ਉਹਨਾਂ ਨੂੰ ਫੜਨ ਦੇ ਬਜਾਏ ਆਮ ਲੋਕਾਂ ਦੇ ਉੱਤੇ ਧੱਕੇਸ਼ਾਹੀ ਨਾਲ ਪਰਚੇ ਦਰਜ ਕਰਾਏ ਜਾ ਰਹੇ ਨੇ ਕਿਉਂਕਿ ਪ੍ਰਸ਼ਾਸਨ ਆਪਣਾ ਨਾਕਾਮਯਾਬ ਹੋ ਰਿਹਾ ਔਰ ਰਹੀ ਗੱਲ ਮੈਂ ਪੁੱਛਣਾ ਚਾਹਾਂਗੀ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਕਿੰਨੀਆਂ ਮੁਸ਼ੱਕਤਾਂ ਕੀਤੀਆਂ ਕਿ ਇਹਦੇ ਉੱਤੇ ਵਿਧਾਨ ਸਭਾ ਦੇ ਵਿੱਚ ਸੈਸ਼ਨ ਬੁਲਾ ਕੇ ਇਹਦੇ ਉੱਤੇ ਸਲਾਹ ਕੀਤੀ ਹੋਏ ਜਾਂ ਕੋਈ ਸਟੈਪ ਚੁੱਕਣ ਦੀ ਕੋਸ਼ਿਸ਼ ਕੀਤੀ ਹੋਏ ਉਦਾਂ ਜਿਹੜੇ ਅਨਨੈਸੈਸਰਲੀ ਮਤੇ ਪਾਸ ਕਰਾਉਣ ਵਾਸਤੇ ਜਿਹੜੇ ਸਹਿਮਤੀ ਦੇ ਇੱਥੇ ਵਿਧਾਨ ਸਭਾ ਦੇ ਸੈਸ਼ਨ ਬੁਲਾਏ ਜਾਂਦੇ ਨੇ ਕਿ ਅਸੀਂ ਇਕਜੁੱਟ ਹੈਗੇ ਆ ਸਾਰੇ ਜਾਣੇ ਸਾਨੂੰ ਬੀਜੇਪੀ ਅਪਰੋਚ ਕਰ ਰਹੀ ਆਪਰੇਸ਼ਨ ਲੋਟਸ ਖੇਲ ਦੀ ਸਾਡੇ ਨਾਲ ਉਹ ਅਨਨੈਸੈਸਰਲੀ ਮਤੇ ਪਾਸ ਕਰਨ ਵਾਸਤੇ ਖਰਚਾ ਕਰਨ ਲਈ ਤਿਆਰ ਹੈ ਹੁਣ ਤੱਕ ਪੰਜਾਬ ਸਰਕਾਰ ਨੇ ਕੀ ਕੀਤਾ ਕੀ ਹੈ ਹੁਣ ਤੱਕ ਕਿੰਨੇ ਸਟੈਪ ਕੁਐਸਚਨ ਚੁੱਕੇ ਇਨਫੈਕਟ ਭਗਵੰਤ ਮਾਨ ਨੇ ਖੁਦ ਟਵੀਟ ਕੀਤਾ ਮੈਂ ਫੇਰ ਕਹਿ ਰਹੀ
ਕਿ ਸਾਨੂੰ ਚੰਡੀਗੜ੍ਹ ਦੇ ਵਿੱਚ ਵੱਖਰੀ ਵਿਧਾਨ ਸਭਾ ਚਾਹੀਦੀ ਹੈ। ਇਹ ਤੇ ਆਪ ਹੀ ਕਹੀ ਜਾਂਦੇ ਨੇ ਇਸ ਤਰ੍ਹਾਂ ਦੀਆਂ ਗੱਲਾਂ, ਤੇ ਦੂਸਰੇ ਸੂਬਿਆਂ ਦੇ ਵਿੱਚ ਆ ਕੇ ਤੇ ਕੋਸ਼ਿਸ਼ਾਂ ਤੇ ਕਰਨੀਆਂ ਹੀ ਹੈ ਕਿ ਉਹਨਾਂ ਫਿਰ ਅਸੀਂ ਵੀ ਲਈਏ। ਹਜੇ ਤੱਕ ਕਦੀ ਏਦਾਂ ਹੋਇਆ ਕਿ ਅਸੀਂ ਪੰਜਾਬ ਦੇ ਵਿੱਚ ਚੰਡੀਗੜ੍ਹ ਦੇ ਵਿੱਚ ਵੱਖਰੀ ਵਿਧਾਨ ਸਭਾ ਦੀ ਡਿਮਾਂਡ ਕੀਤੀ ਹੋਏ ਜਾਂ ਵੱਖਰੀ ਇੱਥੇ ਹਾਈ ਕੋਰਟ ਦੀ ਡਿਮਾਂਡ ਕੀਤੀ ਹੋਏ? ਕਿਉਂ ਕਰੀਏ ਅਸੀਂ? ਸਾਡਾ ਜੋ ਭਾਈਚਾਰਾ ਹਰਿਆਣੇ ਨਾਲ ਹੈਗਾ ਬਹੁਤ ਵਧੀਆ ਤਰੀਕੇ ਨਾਲ ਚੱਲ ਰਿਹਾ ਹੈਗਾ, ਪਰ ਇਹਨਾਂ ਦੇ ਆਉਣ ਦੇ ਨਾਲ ਹੀ ਕਿਉਂ ਮਾਹੌਲ ਖਰਾਬ ਹੋ ਰਿਹਾ? ਸੈਂਟਰ ਸਰਕਾਰ ਜਿਹੜੀ ਹੈ ਜਾਣਦੀ ਹੈ ਕਿ ਨਿਕੰਮੀ ਸਰਕਾਰ ਪੰਜਾਬ ਦੇ ਵਿੱਚ ਕੰਮ ਕਰ ਰਹੀ ਹੈ, ਇਸੇ ਤਰੀਕੇ ਨਾਲ ਉਹ ਪ੍ਰੈਸ਼ਰ ਕੀਤਾ ਜਾ ਰਿਹਾ ਤਾਂ ਕਿ ਉਹ ਹਰ ਚੀਜ਼ਾਂ ਦੇ ਉੱਪਰ ਆਪਣਾ ਜਿਹੜਾ ਹੈਗਾ ਉਹ ਹੁਕਮ ਚਲਾ ਸਕਣ। ਔਰ ਅਸੀਂ ਤਾਂ ਪਹਿਲੇ ਸਮਝਾ ਚੁੱਕੇ ਹਾਂ, ਆਰਟੀਕਲ ਨੰਬਰ 30 ਦੇ ਵਿੱਚ ਦੱਸਿਆ ਕਿ ਜਿਹੜੀ ਰਾਜਧਾਨੀ ਹੈ ਚੰਡੀਗੜ੍ਹ ਦਾ ਹੱਕ ਸਿਰਫ ਔਰ ਸਿਰਫ ਪੰਜਾਬ ਦਾ ਹੈਗਾ। ਔਰ ਇਹ ਜਿਹੜੇ ਸ਼ਾਸਤਰੀ ਜੀ ਬੋਲ ਰਹੇ ਨੇ, ਪਹਿਲੇ ਇੱਕ ਐਕਸਪਰਟ ਤੇ ਆਪੱਤੀ ਜਤਾਈ ਇਹਨਾਂ ਨੇ ਕਿ ਐਕਸਪਰਟ ਨੇ ਮੈਂ ਇਹਨਾਂ ਨੂੰ ਕੰਡੈਮ ਕਰਦਾ, ਮੇਰੀ ਸਟੇਟਮੈਂਟ ਤੇ ਕੰਡੈਮ ਕਰ ਰਹੇ ਨੇ। ਕੀ ਕੰਡੈਮ ਕਰਨਾ ਇਹਨਾਂ ਨੇ? ਪਹਿਲੀ ਗੱਲ ਤੇ ਇਹ ਕਿਸੇ ਵੀ ਲੌਜੀਕਲ ਪੁਆਇੰਟ ਤੇ ਗੱਲ ਕਰ ਨਹੀਂ ਰਹੇ। ਸਾਡੀ ਪੰਜਾਬ ਦਾ ਜਿਹੜਾ ਹੱਕ ਹੈ ਚੰਡੀਗੜ੍ਹ ਦਾ, 28 ਪਿੰਡਾਂ ਨਾਲੋਂ ਜ਼ਿਆਦਾ ਅਸੀਂ ਸ਼ਹਾਦਤਾਂ ਦੇਤੀ। ਕੌਣ ਚਾਹੁੰਦਾ ਆਪਣੇ ਘਰ ਦੀਆਂ ਰਜਿਸਟਰੀਆਂ ਕਿਸੇ ਹੋਰ ਦੇ ਟੀਨਾ ਨਾਮ ਜੀ ਤੇ ਤੁਸੀਂ ਕੀ ਕਰਨੀ? ਸਮਝਦੇ ਇਹਨਾਂ ਹੋ ਬਾਰੇ ਟੀਨਾ ਜੀ ਜਿਹੜੀ ਗੱਲ ਸਰਬਜੀਤ ਮੱਖਣ ਜਿਹੜੇ ਪੋਲੀਟੀਕਲ ਐਕਸਪਰਟ ਨੇ ਉਹਨਾਂ ਨੇ ਆਪਣੀ ਜਿਹੜੀ ਗੱਲ ਰੱਖੀ ਸੀ, ਤੁਸੀਂ ਕੀ ਸਮਝਦੇ ਹੋ ਜਿਹੜਾ ਉਹਨਾਂ ਵੱਲੋਂ ਕੰਡੈਮਟ ਕੀਤਾ ਗਿਆ? ਉਹਨਾਂ ਨੇ ਕੋਈ ਗਲਤ ਗੱਲ ਕਹੀ ਆ, ਤੁਸੀਂ ਕੀ ਸਮਝਦੇ ਹੋ? ਨਹੀਂ, ਬਿਲਕੁਲ ਸਹੀ ਹੈ। ਦਿਸ ਇਜ਼ ਅ ਪੋਲੀਟੀਕਲ ਏਜੰਡਾ। ਸੈਂਟਰ ਸਰਕਾਰ ਵੱਲੋਂ ਜਾਣਬੁੱਝ ਕੇ ਦੋਨਾਂ ਦਾ ਭਾਈਚਾਰਾ ਖਰਾਬ ਕਰਨ ਦੀ ਕੋਸ਼ਿਸ਼ ਕਰ ਰਹੀ ਹੈ, ਕਿਉਂਕਿ ਇਹਨਾਂ ਦਾ ਪੰਜਾਬ ਦੇ ਵਿੱਚ ਕੋਈ ਦਾਲ ਤੇ ਗਲਦੀ ਨਹੀਂ ਬੀਜੇਪੀ ਦੀ। ਹੁਣ ਇਹ ਹਰਿਆਣਾ ਦੇ ਨਾਲ ਸਾਡੇ ਸੂਬਾ ਜਿਹੜਾ ਨਾਲ ਲੱਗਦਾ ਹੈਗਾ, ਇਹਦੇ ਨਾਲ ਸਾਡੀ ਵਧੀਆ ਭਾਈਚਾਰਾ ਹੋਣ ਦੇ ਨਾਲ ਸਾਡੇ ਇਹਦੇ 'ਚ ਵੀ ਫੁੱਟ ਪਹੁੰਚ ਲੱਗੇ ਹੋਏ ਨੇ। ਔਰ ਜਿਹੜੀ ਸਰਕਾਰ ਬੈਠੀ ਹੈ, ਕਿਹਦੇ ਹੱਥ ਅਸੀਂ ਦੇ ਦਿੱਤੀ ਹੈਗੀ ਹੈ? ਕਹਿੰਦੇ ਨਾ ਕਿ ਰਾਖੀ ਕਰਨ ਨੂੰ ਦੇ ਤੇ ਦੁੱਧ ਦੀ ਰਾਖੀ ਕਰਨ ਨੂੰ ਦੇਤੀ ਬਿੱਲੀ। ਔਰ ਬਿੱਲੀ ਜਿਹੜੀ ਹੈਗੀ ਹੈ ਸਾਡੇ ਪੰਜਾਬ ਦੇ ਵਿੱਚ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ, ਹੁਣ ਇਹ ਕਿਸ ਤਰ੍ਹਾਂ ਕਰੇਗੀ? ਇਹ ਕਰ ਹੀ ਨਹੀਂ ਸਕਦੀ। ਔਰ ਉਹਨਾਂ ਨੇ ਤਾਂ ਬਿਲਕੁਲ ਸਹੀ ਕਿਹਾ ਕਿ ਏਜੰਡਾ ਅਪਣਾਇਆ ਜਾ ਰਿਹਾ ਕਿ ਅਸੀਂ ਹਰਿਆਣਾ ਨੂੰ ਦੱਸੀਏ ਕਿ ਅਸੀਂ ਚੰਡੀਗੜ੍ਹ ਦੇ ਵਿੱਚ ਕਬਜ਼ਾ ਕਿਸ ਤਰ੍ਹਾਂ ਕੀਤਾ, ਹੋਰ ਕਿੰਨੀਆਂ ਓਪਰਚੁਨਿਟੀ ਲਈਆਂ। ਤੁਸੀਂ ਤੁਹਾਡੇ ਕੋਲ ਵੱਖਰੀ ਜਗ੍ਹਾ ਨਹੀਂ ਹੈਗੀ, ਪੰਚਕੂਲਾ ਹੈਗਾ, ਕਰਨਾਲ ਹੈਗਾ, ਹੋਰ ਕਿੰਨੀਆਂ ਜਗ੍ਹਾ ਹੈਗੀਆਂ। ਔਰ ਜਿਹੜੀ ਸਾਨੂੰ ਜਗ੍ਹਾ ਤੁਸੀਂ ਦੇਣ ਲਈ ਜਾ ਰਹੇ, ਤੁਸੀਂ ਆਪਣੇ ਲਈ ਉੱਥੇ ਖੋਲੋ, ਕਿਉਂ ਤੁਸੀਂ ਵੱਖਰੀ ਕਰਨੀ ਹੈ? ਔਰ ਐਸੀ ਕੀ ਹੈ ਚੰਡੀਗੜ੍ਹ ਦੇ ਵਿੱਚ ਜਿਹੜਾ ਤੁਹਾਨੂੰ SYL ਦੇ ਪਾਣੀ ਦੇ ਵਿੱਚ ਤੁਹਾਨੂੰ ਲੱਗਦਾ ਹੈ ਕਿ ਜੇ ਉੱਥੋਂ ਤੇ ਮਿਲ ਨਹੀਂ ਰਿਹਾ ਤੇ ਚੰਡੀਗੜ੍ਹ ਦੇ ਵਿੱਚ ਆਪਣਾ ਵੱਖਰਾ ਵਿਧਾਨ ਸਭਾ ਲੈਣ ਦੇ ਨਾਲ ਉੱਥੋਂ ਇਹਨਾਂ ਨੇ ਵੱਖਰਾ ਬੋਰ ਕੱਢਣਾ ਕਿ ਸਿੱਧੇ ਜਾ ਕੇ ਹਰਿਆਣਾ ਦੇ ਵਿੱਚ ਜਾਏਗਾ ਤੇ ਪਾਣੀ ਦੀਆਂ ਮੁਸੀਬਤਾਂ ਹੱਲ ਹੋਣਗੀਆਂ ਉੱਥੋਂ ਦੀ? ਇਹ ਕਰਨਾ ਕੀ ਚਾਹ ਰਹੇ ਨੇ? ਠੀਕ ਹੈ ਟੀਨਾ ਜੀ ਵਾਪਸ ਆਨੇ ਆ ਤੁਹਾਡੇ ਕੋਲ, ਮੈਨੂੰ 2 ਮਿੰਟ ਦਾ ਸਮਾਂ ਦਿਓ। ਆਮ ਆਦਮੀ ਪਾਰਟੀ ਦੇ ਜਿਹੜੇ ਬੁਲਾਰੇ ਨੇ ਇੰਦਰਜੀਤ ਸੰਧੂ ਤੁਹਾਡੇ ਕੋਲ ਆਵਾਂਗਾ, ਤੁਸੀਂ ਰਿਐਕਸ਼ਨ ਦੇ ਦਿਓ ਪੰਜਾਬ ਦੇ ਲਾਅ ਐਂਡ ਆਰਡਰ ਤੇ ਜਿਹੜਾ ਪ੍ਰਤਾਪ ਸਿੰਘ ਬਾਜਵਾ ਨੇ ਜਿਹੜੀ ਗੱਲ ਲਿਖ ਕੇ ਭੇਜੀ ਆ ਪ੍ਰਧਾਨ ਮੰਤਰੀ ਨੂੰ। ਆਰਡਰ ਦੇ ਵਿੱਚ ਤਾਂ ਤੁਹਾਨੂੰ ਇੰਦਰਜੀਤ ਸੰਧੂ ਜੀ, ਮੈਂ ਉਹੀ ਦੱਸਣਾ ਚਾਹੁੰਦਾ ਵੀ ਵੇਖੋ, ਪੁਰਾਣੀਆਂ ਪਾਰਟੀਆਂ ਨੇ ਜਿਵੇਂ ਗੈਂਗਵਾਰ ਤੇ ਸਾਰਾ ਕੁਝ ਪੈਦਾ ਕੀਤਾ ਸੀ, ਉਹਨੂੰ ਖਤਮ ਕਰਨ ਲਈ ਆਮ ਆਦਮੀ ਪਾਰਟੀ ਦੀ ਸਰਕਾਰ ਲਗਾਤਾਰ ਲੱਗੀ ਹੋਈ ਏ। ਔਰ ਜੇ ਕੋਈ ਵਾਰਦਾਤ ਵਾਪਰੀ ਤਾਂ ਉਹਦਾ ਨਤੀਜਾ ਨਿਕਲਿਆ, ਅਸੀਂ ਫੜ ਕੇ ਜਿਹੜੇ ਨੇ ਦੋਸ਼ੀ ਨੇ ਅੰਦਰ ਕੀਤੇ ਨੇ। ਇਹਨਾਂ ਦੀਆਂ ਸਰਕਾਰਾਂ ਦੇ ਟਾਈਮ ਨਹੀਂ ਹੈਗੇ ਵੀ ਭਾਵੇਂ ਰਣਜੀਤ ਸਿੰਘ ਢੱਡਰੀਆਂ ਵਾਲੇ ਤੇ ਹਮਲਾ ਹੋ ਜੇ ਤੇ ਉਹਦਾ ਕੋਈ ਅਜੇ ਤੱਕ ਕੋਈ ਖੇਹ ਪਤਾ ਹੀ ਨਾ ਹੋਵੇ। ਇਹਨਾਂ ਦੀਆਂ ਸਰਕਾਰਾਂ ਦੇ ਵਿੱਚ ਜੇਲ੍ਹਾਂ ਜਿਹੜੀਆਂ ਨੇ ਉਹ ਬ੍ਰੇਕ ਹੋਈਆਂ, ਉੱਥੇ ਕੈਦੀ ਜੇਲ੍ਹਾਂ ਤੋੜ ਕੇ ਭੱਜ ਗਏ। ਜਥੇਦਾਰ ਜਗਤਾਰ ਸਿੰਘ ਹਵਾਰਾ ਜੀ ਬਡੈਲ ਜੇਲ੍ਹ ਦੇ ਵਿੱਚ ਉਹ ਸੁਰੰਗ ਪੁੱਟ ਕੇ ਜਿਹੜੇ ਉਹ ਭੱਜ ਗਏ ਸਨ। ਇਸ ਤਰ੍ਹਾਂ ਦੇ ਬਹੁਤ ਸਾਰੇ ਕੰਮ ਹੋਏ ਸਨ ਇਹਨਾਂ ਦੀਆਂ ਸਰਕਾਰਾਂ ਦੇ ਵਿੱਚ। ਔਰ ਪੁਰਾਣਾ ਕਾਂਗਰਸ ਦੇ ਟਾਈਮ ਤਾਂ ਤੁਸੀਂ ਜਾਣਦੇ ਹੋ ਕਿ ਅੱਤਵਾਦ ਇਹਨਾਂ ਦੀ ਦੇਣ ਸੀ, ਪੰਜਾਬ ਦੇ ਨੌਜਵਾਨਾਂ ਦਾ ਘਾਣ ਇਹਨਾਂ ਦੀ ਦੇਣ ਸੀ, ਔਰ ਧਾਰਮਿਕ ਸਥਾਨਾਂ ਤੇ ਹਮਲੇ ਇਹਨਾਂ ਦੀ ਦੇਣ ਸੀ, ਕਤਲੇਆਮ ਇਹਨਾਂ ਦਾ ਦੇਣ ਸੀ। ਇਸ ਕਰਕੇ ਤਾਂ ਸ਼ਾਂਤੀ ਦੀ ਕਿਤੇ ਗੱਲ ਹੀ ਨਹੀਂ ਕਰ ਸਕਦੇ। ਔਰ ਪੰਜਾਬ ਵਿਰੋਧੀ ਰਵੱਈਆ ਸੀ ਇਹਨਾਂ ਨੇ ਅਖਤਿਆਰ ਹਮੇਸ਼ਾ ਕਰੀ ਰੱਖਿਆ, ਇਹ ਵੀ ਪੰਜਾਬ ਦੇ ਲੋਕ ਸਾਰੇ ਜਾਣਦੇ ਨੇ। ਪਰ ਜਿਹੜੀ ਗੱਲ ਹੈ, ਮਸਲਾ ਇਹ ਹੈ ਕਿ ਬੀਜੇਪੀ ਤੋਂ ਅਸੀਂ ਇਹ ਸੋਚਦੇ ਸੀ ਕਿ ਬੀਜੇਪੀ ਜੇਕਰ ਹੁਣ ਅੱਗੇ ਵਧਣਾ ਚਾਹੁੰਦੀ ਹੈ, ਪੰਜਾਬ ਦੇ ਵਿੱਚ ਇਹ ਸੋਚ ਰਹੀ ਹੈ ਵੀ ਅਸੀਂ ਇਲੈਕਸ਼ਨਾਂ ਲੜਨੀਆਂ ਨੇ, ਤਾਂ ਜੇ ਪੰਜਾਬ ਵਿਰੋਧੀ ਰੋਲ ਅਦਾ ਕਰੂਗੀ ਤਾਂ ਪੰਜਾਬ ਦੇ ਵਿੱਚ ਕਿਵੇਂ ਜਿਹੜੇ ਨੇ ਉਹ ਇਹ ਧਰੂਗੀ। ਤਾਂ ਇਸ ਕਰਕੇ ਇਹਨੂੰ ਇਹ ਸੋਚਣਾ ਚਾਹੀਦਾ। ਪਹਿਲਾਂ ਤਾਂ ਇਹਨਾਂ ਨੇ ਕਿਸਾਨ ਵਿਰੋਧੀ ਰੋਲ ਜਿਹੜਾ ਅਦਾ ਕੀਤਾ, ਉੱਥੇ ਖੇਤੀ ਵਿਰੋਧੀ ਕਾਨੂੰਨ ਜਿਹੜੇ ਨੇ ਬਣਾਏ, ਭਾਖੜਾ ਬਿਆਸ ਮੈਨੇਜਮੈਂਟ ਜਿਹੜਾ ਬੋਰਡ ਹੈ ਉਹਦੇ ਜਿਹੜੇ ਮੈਂਬਰ ਹੁੰਦੇ ਨੇ, ਨੁਮਾਇੰਦੇ ਹੁੰਦੇ ਨੇ ਸਰਕਾਰੀ ਤੌਰ ਤੇ, ਜਿਹੜੇ ਇੰਜੀਨੀਅਰਿੰਗ ਖੇਤਰ ਦੇ ਲੋਕ ਜਿਹੜੇ ਨੇ ਉਹਦੇ ਵਿੱਚ ਨੁਮਾਇੰਦਾ ਹੁੰਦੇ ਨੇ। ਉਹ ਪੰਜਾਬ ਦੀ ਨੁਮਾਇੰਦਗੀ ਜਿਹੜੀ ਉਹਦੇ ਵਿੱਚੋਂ ਖਤਮ ਕਰ ਦਿੱਤੀ, ਕੇਂਦਰੀਕਰਨ ਕਰ ਦਿੱਤਾ ਪੂਰੀ ਤਰ੍ਹਾਂ। ਇਸੇ ਤਰ੍ਹਾਂ ਬਿਜਲੀ ਦੇ ਡਿਸਟ੍ਰੀਬਿਊਸ਼ਨ 'ਚ ਭਾਜਪਾ ਨੇ ਉੱਥੇ ਉਹਦਾ ਨਿੱਜੀਕਰਨ ਤੇ ਉਹਦਾ ਡਿਸਟ੍ਰੀਬਿਊਸ਼ਨ ਜਿਹੜਾ ਪੂਰੀ ਤਰ੍ਹਾਂ ਉਹਦਾ ਸਾਰਾ ਪ੍ਰਾਈਵੇਟੇਸ਼ਨ ਜਿਹੜਾ ਉਹ ਕੀਤਾ ਗਿਆ। ਔਰ ਇਸ ਤਰੀਕੇ ਨਾਲ ਇਹ ਲਗਾਤਾਰ ਜਿਹੜਾ ਪੰਜਾਬ ਵਿਰੋਧੀ ਰੋਲ ਜਿਹੜਾ ਹੈ ਉਹ ਅਦਾ ਕਰਦੀ ਆ ਰਹੀ ਹੈ।
ਕਿਸਾਨ ਵਿਰੋਧੀ ਰੋਲ ਅਦਾ ਕਰਦੀ ਆ ਰਹੀ ਹੈ। ਪਰ ਜੇ ਇਹਨੂੰ ਹੁਣ ਚਾਹੀਦਾ ਸੀ ਘੱਟੋ ਘੱਟ, ਜੇ ਨਵੀਂ ਗੱਲ ਇਹਨਾਂ ਨੇ ਕਰਨੀ ਸੀ ਨਾ, ਨਵੀਂ ਤਾਂ ਇਹਨਾਂ ਨੂੰ ਇਹ ਕਰਨੀ ਚਾਹੀਦੀ ਸੀ ਕਿ ਹਾਂ ਵੇਖੋ ਕਾਂਗਰਸ ਨੇ 70 ਸਾਲਾਂ ਦੇ ਵਿੱਚ ਇਹ ਹੱਲ ਨਹੀਂ ਕੀਤਾ, ਤੁਹਾਡਾ ਆ ਜਿਹੜਾ 66 ਤੋਂ ਲੱਗ ਕੇ ਜਦੋਂ ਦਾ ਚੰਡੀਗੜ੍ਹ ਵਾਲਾ ਮਸਲਾ ਬਣਿਆ ਇਹ ਬਣਿਆ, ਔਰ ਤੁਹਾਡੇ ਸਾਰੇ ਮਸਲੇ ਅਸੀਂ ਹੱਲ ਕਰਦੇ ਆ, ਤੇ ਆ ਜਿਹੜੇ 66 ਤੋਂ ਬਾਅਦ ਪੰਜਾਬ ਦਾ ਚੰਡੀਗੜ੍ਹ ਦਾ ਰਾਜਧਾਨੀ ਦਾ ਮਸਲਾ ਹੈ। ਜੀ ਤੁਹਾਡੀ ਗੱਲ ਆ ਗਈ ਹੈ ਸੰਧੂ ਜੀ, ਤੁਹਾਡੀ ਗੱਲ ਆ ਗਈ ਹੈ। ਮੇਰਾ ਸੈਕੰਡ ਲਾਸਟ ਰਿਐਕਸ਼ਨ ਹੈ ਜਿਹੜਾ ਟੀਨਾ ਚੌਧਰੀ ਜੀ ਨੂੰ। ਟੀਨਾ ਜੀ ਕੀ ਕਹੋਗੇ ਇਸ ਗੱਲ ਦਾ, ਤੁਹਾਡਾ ਕੀ ਰਿਐਕਸ਼ਨ ਹੈਗਾ ਸੰਧੂ ਸਾਹਿਬ ਨੇ ਜੋ ਕੁਝ ਕਿਹਾ ਹੈਗਾ? ਦੇਖੋ ਕਾਂਗਰਸ ਦੀ ਦੇਣ ਤਾਂ ਕੋਈ ਸੋਚ ਵੀ ਨਹੀਂ ਸਕਦਾ ਕਿ ਜੋ ਕਾਂਗਰਸ ਨੇ ਪੂਰੇ ਦੇਸ਼ ਨੂੰ ਜਾਂ ਪੂਰੇ ਪੰਜਾਬ ਨੂੰ ਦਿੱਤਾ ਹੈ, ਇਹਨਾਂ ਨੂੰ ਤੇ ਹਜੇ 8 ਮਹੀਨੇ ਹੋਏ ਨੇ, ਇਹ ਸਾਡਾ ਮੁਕਾਬਲਾ ਨਹੀਂ ਕਰ ਸਕਦੇ। ਪਹਿਲੀ ਗੱਲ ਤੇ ਇਹ ਹੈ ਕਿ ਅਗਰ ਰੇਟ ਆਫ ਕਰਪਸ਼ਨ ਦੀ ਜੇ ਗੱਲ ਕੀਤੀ ਜਾਵੇ, ਇਹ ਦੁਨੀਆ ਦੀ ਪਹਿਲੀ ਐਸੀ ਪਾਰਟੀ ਹੈ ਜਿਹਦੇ 6 ਮਹੀਨਿਆਂ ਦੇ ਵਿੱਚ ਇੰਨੇ ਮੰਤਰੀ ਤੇ ਇੰਨੇ ਐਮਐਲਏ ਦੇ ਕਰਪਸ਼ਨ ਦੇ ਚਾਰजेस ਲੱਗੇ ਨੇ। ਕੁਛ ਤੇ ਇਹਨਾਂ ਦੇ ਜੇਲ੍ਹ 'ਚ ਬੈਠੇ ਨੇ, ਕੁਛ ਤੇ ਕਾਰਵਾਈਆਂ ਚੱਲਦੀ ਪਈਆਂ, ਕੁਛ ਨੂੰ ਈਡੀ ਫੜ ਕੇ ਬੈਠੀ ਹੈ, ਕੁਛ ਇਹਨਾਂ ਨੇ ਜਿਹੜੇ ਵਾਇਲੇਸ਼ਨ ਕਰ ਰਹੇ ਨੇ, ਜਿਹੜੇ ਰੂਲ ਦੀਆਂ ਧੱਜੀਆਂ ਉਡਾ ਰਹੇ ਨੇ, ਇਹ ਅਸੀਂ ਚੰਗੀ ਤਰ੍ਹਾਂ ਜਾਣਦੇ ਹਾਂ। ਜਿੰਨੇ ਕਤਲ ਇਹਨਾਂ 6 ਮਹੀਨਿਆਂ 'ਚ ਹੋ ਗਏ, ਇੰਨੇ ਕਿਸੇ ਸਰਕਾਰਾਂ ਦੇ ਵਿੱਚ 5 ਸਾਲਾਂ 'ਚ ਵੀ ਨਹੀਂ ਹੋਏ। ਇਹ ਤੇ ਗੱਲ ਛੱਡ ਦੀ ਨਾ ਕੰਪੈਰੀਜ਼ਨ ਨਾ ਕਰ, ਨਾ ਅਸੀਂ ਵਿਰੋਧੀ ਆ ਪੰਜਾਬ ਦੇ, ਅਸੀਂ ਹੱਕ 'ਚ ਹੀ ਬੋਲਦੇ ਆ, ਅਸੀਂ ਜਾਣਦੇ ਹਾਂ ਚੰਗੀ ਤਰ੍ਹਾਂ ਕਿ ਪੰਜਾਬ ਦੀ ਕੀ ਸੋਚ ਹੈ, ਕੀ ਚਾਹੁੰਦੇ ਨੇ। ਔਰ ਰਹੀ ਗੱਲ ਲਾਅ ਐਂਡ ਆਰਡਰ ਦੀ, ਬਹੁਤ ਹੀ ਘਟੀਆ ਹਾਲਾਤ ਬਣਾ ਕੇ ਰੱਖੇ ਨੇ ਇਹਨਾਂ ਨੇ ਪੰਜਾਬ ਦੇ, ਇਹ ਬਾਕੀਆਂ ਨਾਲ ਕੰਪੈਰੀਜ਼ਨ ਨਾ ਕਰਨ। ਜੇ ਜੇਲ੍ਹਾਂ ਚੁੜਾਉਣ ਦੀਆਂ ਜੇ ਗੱਲਾਂ ਕਰਦੇ ਨੇ, ਅੱਜ ਵੀ ਜੇਲ੍ਹਾਂ ਦੇ ਵਿੱਚ ਮੋਬਾਈਲ, ਨਸ਼ਾ ਪੱਤਾ, ਹਰ ਇੱਕ ਚੀਜ਼ ਦੀ ਫੈਸਿਲਿਟੀ ਪ੍ਰੋਵਾਈਡ ਕੀਤੀ ਜਾ ਰਹੀ ਹੈ। ਔਰ ਇਹਨਾਂ ਦੇ ਸਤਿੰਦਰ ਜੈਨ ਜਿਹੜੇ ਜੇਲ੍ਹ ਦੇ ਵਿੱਚ ਮਸਾਜ ਸਰਵਿਸ ਲੈ ਰਹੇ ਨੇ ਇੱਕ ਰੇਪ ਵਿਕਟਮ ਦੇ ਕੋਲੋਂ, ਔਰ ਕਹਿੰਦੇ ਨੇ ਅਸੀਂ ਫਿਜ਼ੀਓਥੈਰੇਪਿਸਟ ਭੇਜਿਆ ਅੰਦਰ। ਤੁਸੀਂ ਸਾਨੂੰ ਸੰਵਿਧਾਨ ਨਾ ਸਿਖਾਓ, ਤੁਸੀਂ ਸੰਵਿਧਾਨ ਦੀਆਂ ਧੱਜੀਆਂ ਉਡਾਈਆਂ ਨੇ। ਇਹ ਸਾਰਾ ਦੇਸ਼ ਨੇ ਸੀਸੀਟੀਵੀ ਫੁਟੇਜ ਦੇਖੀ ਤਿਹਾੜ ਜੇਲ੍ਹ ਦੀ, ਤੇ ਸਾਨੂੰ ਨਾ ਦੱਸੋ ਤੁਸੀਂ ਕਿ ਅਸੀਂ ਕੀ ਕਰ ਰਹੇ ਹਾਂ। ਔਰ ਇਹੀ ਮੈਂ ਪੁੱਛਣਾ ਚਾਹਾਂਗੀ, ਜੇ ਆਪਾਂ ਪੰਜਾਬ ਦੇ ਮਾਹੌਲ ਦੀ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਇਸ ਗੱਲ ਦੇ ਵਿੱਚ ਕੋਈ ਸ਼ੱਕ ਨਹੀਂ ਹੈਗਾ। ਟੀਨਾ ਜੀ 2 ਮਿੰਟ, ਇਸ ਗੱਲ ਦੇ ਵਿੱਚ ਕੋਈ ਡਾਊਟ ਨਹੀਂ ਹੈਗਾ। ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਦੇ ਵਿੱਚ ਬਣੀ ਆ, ਉਸ ਤੋਂ ਬਾਅਦ ਕੁਝ ਇਸ ਤਰੀਕੇ ਦੀਆਂ ਵਾਰਦਾਤਾਂ ਜਾਂ ਕਹਿ ਲਓ ਪਾਰਟੀ ਦੀ ਜਿਹੜੀ ਕਿਸਮਤ ਅਸੀਂ ਕਹਿ ਸਕਦੇ ਆ ਇਸ ਤਰ੍ਹਾਂ ਦੀ ਸੀਗੀ। ਪਹਿਲਾਂ ਆਰਪੀਜੀ ਅਟੈਕ ਹੋ ਜਾਂਦਾ, ਸਟੇਟ ਹੈੱਡਕੁਆਟਰ ਹੈ ਜਿਹੜਾ ਇੰਟੈਲੀਜੈਂਸ ਦਾ ਮੋਹਾਲੀ ਦੇ ਵਿੱਚ, ਆਰਪੀਜੀ ਲਾਂਚਰ ਨਾਲ ਅਟੈਕ ਕਰ ਦਿੱਤਾ ਜਾਂਦਾ। ਇੱਕ ਵੱਡਾ ਜਿਹੜਾ ਮੂਸੇ ਵਾਲਾ, ਸਿੱਧੂ ਮੂਸੇ ਵਾਲੇ ਦਾ ਵੀ ਕਤਲ ਹੋ ਜਾਂਦਾ। ਉਸ ਤੋਂ ਬਾਅਦ ਲਗਾਤਾਰ ਮਾਹੌਲ ਸੁਧੀਰ ਚੌਧਰੀ ਦਾ ਕਤਲ ਹੋ ਜਾਂਦਾ। ਕਈ ਸਾਰੇ ਇਸ ਤਰ੍ਹਾਂ ਦੀਆਂ ਵਾਰਦਾਤਾਂ ਲੁੱਟਾਂ ਖੋਹਾਂ ਦੀਆਂ ਹੋ ਜਾਂਦੀਆਂ ਨੇ। ਖੈਰ ਪੰਜਾਬ ਪੁਲਿਸ ਦੀ ਜਿਹੜੀ ਉਹਦੇ ਵਿੱਚ ਹੈਗਾ ਇਹ ਸਾਰਾ ਸਿਸਟਮ ਪੰਜਾਬ ਪੁਲਿਸ ਨੇ ਸੈੱਟ ਕਰਨਾ। ਆਖਰੀ ਮੇਰਾ ਸਵਾਲ ਹੈ ਸਰਬਜੀਤ ਸਿੰਘ ਮੱਖਣ ਨੂੰ, ਦੂਜਾ ਸਵਾਲ ਆ ਉਹਨਾਂ ਦੇ ਕੋਲ ਮੇਰਾ। ਇਹ ਪਹਿਲਾ ਸਵਾਲ ਸੀਗਾ, ਉਹਨਾਂ ਨੇ ਜਵਾਬ ਦਿੱਤਾ ਸੀ ਬਖੂਬੀ। ਮੱਖਣ ਜੀ ਤੁਸੀਂ ਕੀ ਕਹੋਗੇ? ਤੁਸੀਂ ਪਹਿਲਾਂ ਕਾਂਗਰਸ ਪਾਰਟੀ ਦਾ ਵੀ ਹਿੱਸਾ ਰਹੇ ਹੋ, ਤੁਸੀਂ ਹੁਣ ਅਖੀਰ ਦੇ ਵਿੱਚ ਤੁਹਾਡੀ ਇੱਕ ਰਾਏ ਕੀ ਹੈਗੀ ਆ? ਪੰਜਾਬ ਦਾ ਜਿਹੜਾ ਹਰਿਆਣੇ ਦਾ ਜਿਹੜਾ ਮੁੱਦਾ ਵਿਧਾਨ ਸਭਾ ਦਾ ਬਣਿਆ ਹੋਇਆ, ਤਾਂ ਵਿਧਾਨ ਸਭਾ ਲਈ ਜ਼ਮੀਨ ਮਿਲਣੀ ਚਾਹੀਦੀ ਹੈ ਜਾਂ ਨਹੀਂ ਮਿਲਣੀ ਚਾਹੀਦੀ? ਜੇ ਮਿਲਣੀ ਚਾਹੀਦੀ ਹੈ ਤਾਂ ਉਹ ਕਿਹੜੀ ਸ਼ਰਤਾਂ ਦੇ ਆਧਾਰ ਤੇ ਮਿਲਣੀ ਚਾਹੀਦੀ ਹੈ? ਮੈਂ ਸਭ ਤੋਂ ਪਹਿਲੀ ਗੱਲ ਤਾਂ ਇਹ ਦੱਸਾਂ ਵੀ ਮੈਨੂੰ ਬਹੁਤ ਇਹਨਾਂ ਪਾਰਟੀਆਂ ਦੇ ਵਿੱਚ ਕੰਮ ਕਰਨ ਦਾ ਮੌਕਾ ਮਿਲਿਆ, ਪਰ ਇਹ ਜਿਹੜੀ ਹੁਣ ਗੱਲ ਚੱਲੀ ਹੈ ਨਾ, ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਜੀ, ਸਭ ਤੋਂ ਪਹਿਲੀ ਗੱਲ ਤਾਂ ਇਹ ਹੈ, ਜਿਵੇਂ ਇਹ ਕਹਿੰਦੇ ਸੀਗੇ ਜੀ ਹੁਣ ਵਿਧਾਨ ਸਭਾ ਦੀਆਂ ਸੀਟਾਂ ਵਧਣ ਜਾ ਰਹੀਆਂ ਨੇ, ਠੀਕ ਹੈ ਨਾ ਗੱਲ। ਜੇ ਆਪਣੇ ਸ਼ਹਿਰ ਦੇ ਵਿੱਚ ਤੰਗੀ ਆ ਜਾਵੇ ਤਾਂ ਆਪਾਂ ਮਕਾਨ ਕਿੱਥੇ ਸ਼ਾਰਟ ਦੇ ਵਿੱਚ ਰੱਖਿਓ ਮੱਖਣ ਜੀ, ਸ਼ਾਰਟ ਦੇ ਵਿੱਚ ਜਵਾਬ ਦਿਓ ਸੰਖੇਪ ਦੇ ਵਿੱਚ। ਜੇ ਆਪਣੇ ਕੋਲ ਜਗ੍ਹਾ ਘੱਟ ਹੋਵੇ ਫਿਰ ਆਪਾਂ ਛੱਤ ਯੂਜ਼ ਕਰਦੇ ਆ ਨਾ, ਤੇ ਜਦੋਂ ਜੇ ਸੀਟਾਂ ਵੱਧਦੀਆਂ ਨੇ ਤਾਂ ਇਹਦੇ ਉੱਤੇ ਜਗ੍ਹਾ ਹੋਰ ਹੈਗੀ ਆ ਬਹੁਤ ਜ਼ਿਆਦਾ, ਠੀਕ ਹੈ ਨਾ ਗੱਲ। ਸਭ ਤੋਂ ਪਹਿਲੀ ਗੱਲ ਤਾਂ ਇਹ ਹੈ ਕਿ ਇਹ ਚੱਲ ਸਕਦਾ, ਪਰ ਇਹ ਮੁੱਦਾ ਨਹੀਂ ਹੈ। ਮੁੱਦਾ ਅਸਲ 'ਚ ਹੋਰ ਆ। ਮੁੱਦਾ ਜਿਹੜਾ ਮੈਂ ਤੁਹਾਨੂੰ ਦੱਸਿਆ ਸੀ, ਮੁੱਦਾ ਹੈਗਾ ਇਲੈਕਸ਼ਨ ਹੈਗੀ ਆ, ਹਰਿਆਣੇ 'ਚ ਵੀ ਇਲੈਕਸ਼ਨ ਹੈਗੀ ਆ, ਤੇ ਹੁਣ ਇਹਨਾਂ ਨੇ ਮੁੱਦਾ ਕੀ ਚਲਾਉਣਾ ਹੈ। ਪਹਿਲੀ ਗੱਲ ਤਾਂ ਮੈਂ ਵੀ ਆਮ ਆਦਮੀ ਪਾਰਟੀ ਵਾਲਿਆਂ ਨੂੰ ਵੀ ਪੁੱਛਣਾ ਚਾਹੁੰਦਾ ਵੀ ਜਿਹੜੀ ਤੁਸੀਂ ਗੱਲ ਕਰਦੇ ਹੋ ਕਿ ਕੇਜਰੀਵਾਲ ਇਸ ਗੱਲ ਤੇ ਸਹਿਮਤ ਨੇ, ਕਿ ਕੇਜਰੀਵਾਲ ਇਸ ਗੱਲ ਤੇ ਸਹਿਮਤ ਨੇ? ਜਿਹੜਾ ਤੁਸੀਂ ਮੈਨੂੰ ਸਵਾਲ ਕੀਤਾ ਹੈ ਕਿ ਕੇਜਰੀਵਾਲ ਇਸ ਗੱਲ ਤੇ ਸਹਿਮਤ ਨੇ ਕਿ ਪੰਜਾਬ ਦਾ ਜਿਹੜਾ ਇਹ ਪੰਜਾਬ ਤੇ ਹਰਿਆਣੇ ਦਾ ਮੁੱਦਾ ਹੈ, ਕਿ ਉਹ ਹਰਿਆਣੇ ਦੀ ਗੱਲ ਕਰਨਗੇ ਜਾਂ ਪੰਜਾਬ ਦੀ ਗੱਲ ਕਰਨਗੇ? ਕਿਉਂਕਿ ਉਹਨਾਂ ਨੂੰ ਪੁੱਛੇ ਬਿਨਾਂ ਤਾਂ ਪੰਜਾਬ 'ਚ ਪਤਾ ਨਹੀਂ ਹਿੱਲ ਸਕਦਾ ਹੈਗਾ। ਸੰਧੂ ਸਾਹਿਬ ਕੀ ਕਹੋਗੇ? ਸੰਧੂ ਸਾਹਿਬ ਇਸ ਗੱਲ ਦਾ ਜਵਾਬ ਦੇ ਦਿਓ। ਆਮ ਆਦਮੀ ਪਾਰਟੀ ਦੇ ਜਿਹੜੇ ਸੁਪਰੀਮੋ ਨੇ ਇਸ ਮੁੱਦੇ ਤੇ ਤੁਹਾਨੂੰ ਕੀ ਲੱਗਦਾ, ਤੁਹਾਡੀ ਪਾਰਟੀ ਦਾ ਕੀ ਸਟੈਂਡ ਹੈਗਾ? ਜਿੰਨੇ ਵੀ ਪੰਜਾਬ ਪੱਖੀ ਮਸਲੇ ਨੇ ਉਹਨਾਂ ਦੇ ਉੱਤੇ ਕੋਈ ਵੀ ਜਿਹੜਾ ਕੌਮੀ ਆਗੂ ਦੀ ਆਪਦੀ ਕੋਈ ਇਸ ਤਰ੍ਹਾਂ ਦੀ ਰਾਏ ਨਹੀਂ ਹੁੰਦੀ। ਰਾਏ ਜਿਹੜੀ ਹੁੰਦੀ ਹੈ ਉਹ ਸਟੇਟ ਯੂਨਿਟ ਜਿਹੜੇ ਨੇ ਉਹਨਾਂ ਦੀ ਹੁੰਦੀ ਹੈ।
ਇਹ ਪਹਿਲਾਂ ਵੀ ਜਿਹੜੀਆਂ ਬਾਕੀ ਵੀ ਪਾਰਟੀਆਂ ਨੇ ਉਹਨਾਂ ਦਾ ਵੀ ਇਹੀ ਬਿਆਨ ਹੋਏਗਾ। ਸਟੇਟ ਦੇ ਵਲੰਟੀਅਰ ਨੇ ਜਿਹੜੇ ਅਹੁਦੇਦਾਰ ਨੇ ਉਹ ਕਿਤੇ ਨਾ ਕਿਤੇ ਪਾਰਟੀ ਦੇ ਮੁਖੀ ਦੇ ਨਾਲ ਸਲਾਹ ਕਰਕੇ ਉਸ ਪਾਰਟੀ ਦੇ ਮੁਖੀ ਦਾ ਜਿਹੜਾ ਹੁਕਮ ਹੁੰਦਾ ਉਸ ਹਿਸਾਬ ਨਾਲ ਅੱਗੇ ਬਿਆਨ ਦਿੰਦੇ ਨੇ, ਉਸ ਹਿਸਾਬ ਨਾਲ ਅੱਗੇ ਮਤੇ ਪਾਸ ਕਰਦੇ ਨੇ। ਤਾਂ ਪਾਰਟੀ ਵੱਲੋਂ ਤੁਹਾਨੂੰ ਕੀ ਲੱਗਦਾ ਅਰਵਿੰਦ ਕੇਜਰੀਵਾਲ ਜਿਹੜੇ ਸੁਪਰੀਮੋ ਨੇ ਉਹਨਾਂ ਵੱਲੋਂ ਕੀ ਰਿਐਕਸ਼ਨ ਹੋਣਾ ਚਾਹੀਦਾ? ਬਿਲਕੁਲ ਨਹੀਂ। ਰਾਹੁਲ ਗਾਂਧੀ ਦਾ ਕੀ ਰਿਐਕਸ਼ਨ ਹੋਣਾ ਚਾਹੀਦਾ, ਮੋਦੀ ਜੀ ਦਾ ਕੀ ਰਿਐਕਸ਼ਨ ਹੋਣਾ ਚਾਹੀਦਾ? ਇਹ ਸਵਾਲ ਤੁਸੀਂ ਬੜੇ ਆਸਾਨੀ ਨਾਲ ਜਿਹੜਾ ਹੈ ਅਰਵਿੰਦ ਕੇਜਰੀਵਾਲ ਜੀ ਤੇ ਹੀ ਪਾਣੀਆਂ ਦਾ ਮੁੱਦਾ, ਜੀ ਬਿਲਕੁਲ ਕੇਜਰੀਵਾਲ ਤੇ ਹੀ ਰਾਜਧਾਨੀ ਦੀ ਗੱਲ, ਮੁੱਦਾ ਜਿਹੜਾ ਸੀਗਾ ਵਿਧਾਨ ਸਭਾ ਦਾ, ਵਿਧਾਨ ਸਭਾ ਹਰਿਆਣਾ ਵੱਖਰੇ ਤੌਰ ਤੇ ਆਪਣੀ ਵਿਧਾਨ ਸਭਾ ਬਣਾਉਣਾ ਚਾਹੁੰਦਾ ਸੀਗਾ, ਵੱਖਰੇ ਤੌਰ ਤੇ ਆਪਣੀ ਵਿਧਾਨ ਸਭਾ ਬਣਾਉਣਾ ਚਾਹੁੰਦਾ ਹਰਿਆਣਾ, ਤੇ ਮਤਾ ਪਾਸ ਕੀਤਾ ਗਿਆ ਸੀ ਜਿਹਦੇ ਕਰਕੇ ਪੰਜਾਬ ਦੇ ਵਿੱਚ ਲਗਾਤਾਰ ਰਾਜਨੀਤੀ ਗਰਮਾ ਰਹੀ ਹੈ ਤੇ ਪੰਜਾਬ ਦੇ ਲੀਡਰਾਂ ਦੇ ਆਪਣੇ ਵੱਖੋ ਵੱਖਰੇ ਬਿਆਨ ਨਿਕਲ ਕੇ ਸਾਹਮਣੇ ਆ ਰਹੇ ਨੇ ਤੇ ਹਰਿਆਣਾ ਪਾਰਟੀਆਂ ਦੇ ਜਿਹੜੇ ਵੱਖ-ਵੱਖ ਸਿਆਸੀ ਪਾਰਟੀਆਂ ਨੇ ਉੱਥੇ ਆਪਣੇ ਆਪਣੇ ਕਿਆਸ ਲਗਾਏ ਜਾ ਰਹੇ ਨੇ, ਪਾਰਟੀਆਂ ਵੱਲੋਂ ਆਪਣੇ ਆਪਣੇ ਪੱਖ ਰੱਖੇ ਜਾ ਰਹੇ ਨੇ। ਹੁਣ ਦੇਖਣਾ ਹੋਵੇਗਾ ਵਿਰਾਮ ਕਿੱਥੇ ਜਾ ਕੇ ਲੱਗਦਾ, ਫੁੱਲ ਸਟਾਪ ਕਿੱਥੇ ਜਾ ਕੇ ਲੱਗਦਾ। ਕੀ ਹਰਿਆਣੇ ਦੀ ਮੰਗ ਨੂੰ ਪ੍ਰਵਾਨ ਕਰ ਲਿਆ ਜਾਏਗਾ, ਕਿ ਪੰਜਾਬ ਦੇ ਲੋਕ ਪ੍ਰਵਾਨ ਕਰ ਲੈਣ ਦੇਣਗੇ? ਕਿਉਂਕਿ ਪੰਜਾਬ ਦੇ ਵਿੱਚ ਵੀ ਇੱਕ ਵੱਡਾ ਸਿਸਟਮ ਹੈਗਾ, ਪੰਜਾਬ ਯੂਨੀਵਰਸਿਟੀ ਇਹਦੇ ਵਿੱਚ ਚੰਡੀਗੜ੍ਹ ਦੇ ਵਿੱਚ ਹੈਗੀ ਆ। ਦੂਜੇ ਪਾਸੇ ਜੇ ਗੱਲ ਕਰੀਏ ਹਿਮਾਚਲ ਭਵਨ, ਹਰਿਆਣਾ ਭਵਨ ਤੇ ਤਿੰਨੇ ਜਿਹੜੀਆਂ ਸਟੇਟਾਂ ਨੂੰ ਜਿਹੜੀ ਸਿਕਿਉਰਿਟੀ ਹੈਗੀ ਆ ਉਹ ਚੰਡੀਗੜ੍ਹ ਪ੍ਰੋਵਾਈਡ ਕਰਵਾਉਂਦਾ ਹੈਗਾ। ਵੱਖੋ ਵੱਖਰੇ ਕਿਸਾਨ ਵਿੰਗ ਹੈਗੇ ਨੇ, ਉਹ ਕਿਸਾਨ ਭਵਨ ਬਣੇ ਹੋਏ ਨੇ, ਹਰਿਆਣੇ ਦੇ ਅਲੱਗ ਨੇ, ਪੰਜਾਬ ਦੇ ਅਲੱਗ ਹੈਗੇ ਨੇ। ਸੋ ਇਹ ਵੱਡਾ ਮੁੱਦਾ ਹੈਗਾ। ਸੋ ਰਾਜਨੀਤੀ ਨਾ ਹੋਵੇ ਇਸ ਮੁੱਦੇ ਉੱਤੇ, ਮੁੱਦੇ ਦੀ ਗੱਲ ਹੋਵੇ, ਇਸੇ ਡਿਬੇਟ ਦਾ ਮਕਸਦ ਹੈਗਾ। ਸੋ ਫਿਰ ਆਖਰੀ ਵਾਰ ਅਪੀਲ ਕਰਦਾ ਜਿੰਨੇ ਵੀ ਸਾਡੇ ਗੈਸਟ ਜੁੜੇ ਸੀਗੇ, ਮਰਿਆਦਾ ਨੂੰ ਕਾਇਮ ਰੱਖਿਆ ਜਾਵੇ। ਸਾਡੀ ਇਹੀ ਬਾਰ-ਬਾਰ ਅਪੀਲ ਹੁੰਦੀ ਹੈ, ਕਿਉਂਕਿ ਅਸੀਂ ਹਰੇਕ ਜਿੰਨੇ ਵੀ ਬੁਲਾਰੇ ਹੁੰਦੇ ਨੇ ਅਸੀਂ ਸਾਰਿਆਂ ਨੂੰ ਮੌਕਾ ਦੇਣਾ ਹੁੰਦਾ। ਕਿਸੇ ਨਾਲ ਕੋਈ ਪੱਖਪਾਤ ਵਾਲੀ ਕੋਈ ਗੱਲਬਾਤ ਨਹੀਂ ਹੈਗੀ। ਸਾਫ਼ ਤੌਰ ਤੇ ਅਸੀਂ ਸ਼ੁਰੂਆਤ ਦੇ ਵਿੱਚ ਇਹ ਗੱਲ ਕਹਿ ਦਿੰਦੇ ਆ, ਆਪਣਾ ਆਪਣਾ ਪੱਖ ਰੱਖੋ, ਕੋਈ ਡਿਬੇਟ ਦੇ ਵਿੱਚ ਪੈਣ ਦੀ ਲੋੜ ਨਹੀਂ ਹੈਗੀ, ਜਨਤਾ ਦੇ ਹੱਕਾਂ ਦੀ ਗੱਲ ਕਰੋ। ਬਾਕੀ ਕੱਲ ਨੂੰ ਫੇਰ ਇੱਕ ਨਵੇਂ ਮੁੱਦੇ ਦੇ ਨਾਲ ਤੁਹਾਡੇ ਮੁਖਾਤਿਬ ਹੋਵਾਂਗੇ। ਜਦ ਤੱਕ ਲਈ ਮੈਨੂੰ ਯਾਨੀ ਅਰੁਣ ਆਹੂਜਾ ਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।